You are listening to the online streaming service from Emmanuel Church, Handsworth, Birmingham, UK. ਆਓ ਅੱਜ ਦੀ ਇਸ ਦਿਨ ਦੀ ਸਵੇਰ ਇਸ ਮੀਟਿੰਗ ਨੂੰ ਸ਼ੁਰੂ ਕਰੀਏ ਜੋ ਕਿ ਇਮੈਨੂਅਲ ਚਰਚ ਹੈਂਡਸ ਵੱਲੋਂ ਆਨਲਾਈਨ ਸਟ੍ਰੀਮਿੰਗ ਕੀਤੀ ਜਾ ਰਹੀ ਆ ਤੇ ਇਸ ਸਮੇਂ ਜੋ ਵੀ ਸਾਡੇ ਨਾਲ ਜੁੜੇ ਹੋਏ ਆ ਅਸੀਂ ਤੁਹਾਡਾ ਸਾਰਿਆਂ ਦਾ ਅਸੀਂ ਵੈਲਕਮ ਕਰਦੇ ਹਾਂ ਤੇ ਖਾਸ ਕਰਕੇ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੋ ਕਿ ਸਾਡੇ ਨਾਲ ਪਹਿਲੀ ਵਾਰੀ ਜੁੜ ਰਹੇ ਆ ਇਸ ਮੁਲਕ ਵਿੱਚੋਂ ਚਾਹੇ ਬਾਹਰਲੇ ਮੁਲਕਾਂ ਵਿੱਚੋਂ ਅਸੀਂ ਤੁਹਾਡਾ ਪ੍ਰਭੂ ਯਿਸੂ ਮਸੀਹ ਨਾਮ ਵਿੱਚ ਸਵਾਗਤ ਕਰਦੇ ਹਾਂ ਤੇ ਸਾਡੀ ਪ੍ਰਾਰਥਨਾ ਕਿ ਅੱਜ ਦੇ ਇਸ ਮੀਟਿੰਗ ਦੁਆਰਾ ਤੁਸੀਂ ਜ਼ਰੂਰ ਬਰਕਤ ਪਾਓਗੇ। ਇਸ ਮੀਟਿੰਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਆਇਤ ਪੜ੍ਹਦਾ। ਮਤੀ ਦੀ ਅੰਜੀਲ ਉਹਦਾ ਪਹਿਲਾ ਅਧਿਆਇ ਉਹਦੀ 21ਵੀਂ ਆਇਤ। ਅਤੇ ਉਹ ਪੁੱਤਰ ਜਣੇਗੀ ਅਤੇ ਤੂੰ ਉਹਦਾ ਨਾਮ ਯਿਸੂ ਰੱਖੀ ਕਿਉਂ ਜੋ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਅਸੀਂ ਜਾਣਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦਾ ਨਾਂ ਇੱਕ ਬਚਾਉਣ ਵਾਲੇ ਨਾਲ ਵੀ ਜੁੜਿਆ ਅਸੀਂ ਜਾਣਦੇ ਹਾਂ ਕਿ ਇਹ ਨਾਂ ਸਾਨੂੰ ਦਿੱਤਾ ਗਿਆ ਜਿਸ ਦੇ ਦੁਆਰਾ ਅਸੀਂ ਪਿਤਾ ਪਰਮੇਸ਼ਵਰ ਨਾਲ ਅਸੀਂ ਰਿਸ਼ਤਾ ਕਾਇਮ ਕਰਦੇ ਹਾਂ। ਪ੍ਰਭੂ ਯਿਸੂ ਮਸੀਹ ਆਏ ਇਸ ਦੁਨੀਆ 'ਤੇ ਅਸੀਂ ਜਾਣਦੇ ਹਾਂ ਕਿ ਜੋ ਕੋਈ ਵੀ ਇਨਸਾਨ ਇਹ ਨਿਹਚਾ ਕਰਦਾ ਕਿ ਪ੍ਰਭੂ ਯਿਸੂ ਮਸੀਹ ਉਹਦੇ ਪਾਪਾਂ ਵਾਸਤੇ ਮਰੇ ਅਤੇ ਤੀਏ ਦਿਨ ਜੀ ਉੱਠੇ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਪਿਤਾ ਪਰਮੇਸ਼ਵਰ ਦੇ ਅਸੀਂ ਰਾਜ ਵਿੱਚ ਭਾਗੀਦਾਰ ਹੁੰਦੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਇਹ ਉਹ ਵੱਡਾ ਨਾਮ ਵੀ ਹੈ ਕਿ ਪੁਰਾਣੇ ਨਿਯਮ ਅਸੀਂ ਦੇਖਦੇ ਸੀ ਕਿ ਮੈਂ ਹਾਂ ਕਰਕੇ ਨਾਂ ਸਾਨੂੰ ਦਿੱਤਾ ਗਿਆ ਜੋ ਕਿ ਇੱਕ ਉਹ ਨਾਂ ਸਾਨੂੰ ਸਾਡੇ ਪਾਪਾਂ ਤੋਂ ਬਚਾਉਂਦਾ। ਅਤੇ ਆਓ ਇਸ ਮੀਟਿੰਗ ਨੂੰ ਅਸੀਂ ਅੱਗੇ ਲਿਜਾਣ ਤੋਂ ਪਹਿਲਾਂ ਪਹਿਲੇ ਗੀਤ ਵੱਲ ਚੱਲਦੇ ਹਾਂ ਜੋ ਕਿ ਸਕਰੀਨ 'ਤੇ ਆਵੇਗਾ। ਤੁਸੀਂ ਘਰਾਂ 'ਚ ਬੈਠੇ ਇਸ ਗੀਤ ਨਾਲ ਜੁੜੋ। रहमत नाल है भरिया होया आग यहोवा सा बड़ा तू सत करम दे विच है ओधीरा प्यार ते उस काढ़ा बड़ा
ਸਤ ਕਰਨ ਦੇ ਵਿੱਚ ਹੈ ਉਹਦੀਰਾ, ਪਿਆਰ ਤੇ ਉਸ ਦਾ ਢਾਡਾ, ਰਹਿਮਤ ਨਾਲ ਹੈ ਭਰਿਆ ਹੋਇਆ, ਵਾਸਾ ਤੁਹਾਡਾ। ਆਓ ਪ੍ਰਾਰਥਨਾ ਵਿੱਚ ਆਈਏ। ਸਵਰਗੀ ਪਿਤਾ ਜਲਾਲੀ ਪਰਮੇਸ਼ਵਰ, ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਵਚਨਾਂ ਦਾ ਜੋ ਤੁਸੀਂ ਸਾਡੇ 'ਤੇ ਉਜਾਗਰ ਕੀਤਾ ਪਿਤਾ ਜੀ। ਉਹ ਨਾਮ ਤੁਸੀਂ ਸਾਨੂੰ ਦਿੱਤਾ ਯਸ਼ੂ, ਜੋ ਕਿ ਅਸੀਂ ਜਾਣਦੇ ਹਾਂ ਕਿ ਇੱਕੋ ਹੀ ਨਾਮ ਇਸ ਦੁਨੀਆ 'ਤੇ ਜੋ ਕਿ ਸਾਡੇ ਪਾਪਾਂ ਨੂੰ ਪ੍ਰਭੂ ਜੀ ਉਹ ਲੈ ਜਾਂਦਾ। ਮੈਂ ਧੰਨਵਾਦ ਕਰਦਾ ਪ੍ਰਭੂ ਜੀ ਤੁਹਾਡੇ ਬੇਟੇ ਵਾਸਤੇ। ਪ੍ਰਭੂ ਜੀ ਤੁਸੀਂ ਸਾਨੂੰ ਇੱਕ ਫ੍ਰੀ ਗਿਫਟ ਦਿੱਤਾ, ਪਰ ਅਸੀਂ ਜਾਣਦੇ ਹਾਂ ਕਿ ਤੁਸੀਂ ਉਹਦੇ ਵਾਸਤੇ ਬਹੁਤ ਵੱਡੀ ਕੀਮਤ ਚੁਕਾਈ। ਕਿ ਮੈਂ ਜਾਣਦਾ ਪ੍ਰਭੂ ਜੀ ਮੇਰੇ ਪਾਪ ਅਸੇ ਸਾਡੇ ਪਾਪ ਪ੍ਰਭੂ ਜੀ ਪ੍ਰਭੂ ਯਿਸੂ ਮਸੀਹ ਨੇ ਲੈ ਲਏ ਕਲਵਰੀ ਉੱਪਰ। ਜੋ ਕੋਈ ਵੀ ਪ੍ਰਭੂ ਜੀ ਇਸ ਨਾਮ 'ਤੇ ਪ੍ਰਭੂ ਯਿਸੂ ਮਸੀਹ ਉੱਪਰ ਨਿਹਚਾ ਕਰਦਾ ਕਿ ਉਹ ਉਹਦੇ ਪਾਪਾਂ ਨੂੰ ਬਚਾਉਂਦਾ ਵਾ, ਇਹ ਆਪਣੇ ਮੂੰਹੋਂ ਇਕਰਾਰ ਕਰਦਾ ਕਿ ਪ੍ਰਭੂ ਯਿਸੂ ਮਸੀਹ ਆਏ, ਉਹਦੇ ਪਾਪਾਂ ਵਾਸਤੇ ਮਰੇ, ਤੀਏ ਦਿਨ ਜੀ ਉੱਠੇ ਪ੍ਰਭੂ ਜੀ, ਉਹ ਇੱਕਦਮ ਤੁਹਾਡੇ ਰਾਜ ਵਿੱਚ ਅਸੀਂ ਉਹ ਦਾਖਲ ਹੁੰਦਾ ਪਿਤਾ ਪ੍ਰਭੂ। ਇਹ ਬਹੁਤ ਵੱਡੀ ਤੁਸੀਂ ਸਾਡੇ ਦਇਆ ਕੀਤੀ ਪਿਤਾ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਜੀ। ਮੈਂ ਪ੍ਰਾਰਥਨਾ ਕਰਦਾ ਇਸ ਸਮੇਂ ਜੋ ਵੀ ਸਾਡੇ ਨਾਲ ਜੁੜੇ ਹੋਏ ਆ ਬੀਤੇ ਹਫ਼ਤੇ, ਜੋ ਵੀ ਸਾਡੇ ਕੋਲ ਭੁੱਲਾਂ ਚੁੱਕਾਂ ਹੋਈਆਂ ਪ੍ਰਭੂ ਜੀ, ਇਕੱਲੇ ਇਕੱਲੇ ਨਾਲ ਹੋ, ਤੁਸੀਂ ਉਹਨਾਂ ਨੂੰ ਮਾਫ਼ ਕਰੋ। ਅਤੇ ਪ੍ਰਾਰਥਨਾ ਕਰਦਾ ਇਸ ਸਮੇਂ ਵਾਸਤੇ, ਇਸ ਮੰਡਲੀ ਵਾਸਤੇ ਜੋ ਤੁਸੀਂ ਸਾਡੇ ਵਾਸਤੇ ਵਚਨ ਠਹਿਰਾਇਆ ਪ੍ਰਭੂ ਜੀ, ਸਾਨੂੰ ਤੁਸੀਂ ਸੁਣਨ ਵਾਲਿਆਂ ਨੂੰ ਤੁਸੀਂ ਕੰਨ ਦਿਓ, ਦਿਲ ਦਿਓ, ਤਾਂ ਕਿ ਪ੍ਰਭੂ ਜੀ ਅਸੀਂ ਤੁਹਾਡੇ ਵਚਨ ਨੂੰ ਸੁਣੀਏ ਅਤੇ ਆਪਣੀ ਜ਼ਿੰਦਗੀਆਂ 'ਚ ਪ੍ਰਭੂ ਜੀ ਅਪਲਾਈ ਕਰੀਏ। ਪ੍ਰਾਰਥਨਾ ਕਰਦਾ ਇਸ ਮਾਹੌਲ ਵਾਸਤੇ, ਸਮੇਂ ਵਾਸਤੇ, ਜਿਸ ਤਰ੍ਹਾਂ ਜਿਆਦਾ ਕੋਵਿਡ ਦਾ ਸਮਾਂ ਚੱਲ ਰਿਹਾ ਕਿ ਬਹੁਤ ਸਾਰੀਆਂ ਪ੍ਰਭੂ ਜਾਨਾਂ ਜਾ ਰਹੀਆਂ, ਅਸੀਂ ਇੱਕ ਵਾਰੀ ਫੇਰ ਲੋਕਡਾਊਨ ਵਿੱਚ ਆਏ ਹੋਏ ਹਾਂ। ਪਰ ਮੈਂ ਥੈਂਕ ਯੂ ਕਰਦਾ ਪ੍ਰਭੂ ਜੀ, ਜਿਸ ਤਰ੍ਹਾਂ ਇੱਕ ਵੈਕਸੀਨੇਸ਼ਨ ਜਿਹੜੀ ਤਿਆਰ ਹੋਈ ਆ ਕਿ ਹੁਣ ਲੱਗ ਰਹੀ ਆ ਲੋਕਾਂ 'ਤੇ। ਪ੍ਰਾਰਥਨਾ ਪ੍ਰਭੂ ਜੀ ਇਸ ਵੈਕਸੀਨੇਸ਼ਨ ਜਿਹੜੀ ਉਜਾਗਰ ਕੰਮ ਕਰੇ ਲੋਕਾਂ ਦੇ ਵਿੱਚ, ਤਾਂ ਕਿ ਜਾਨਾਂ ਬਚਾਈਆਂ ਜਾ ਸਕਣ ਪ੍ਰਭੂ ਜੀ। ਬਾਕੀ ਨਰਸਿਸ, ਡਾਕਟਰਸ ਜਾਂ ਜਿਹੜੇ ਇਸ ਮੁਲਕ ਨੂੰ ਚਲਾਉਣ ਵਾਲੇ ਪ੍ਰਭੂ ਜੀ, ਉਹਦੇ ਨਾਲ ਹੋਵੋ, ਤੁਸੀਂ ਉਹਨਾਂ ਨੂੰ ਸਮਝ ਤੁਸੀਂ ਬੁੱਧ ਦਿਓ ਪ੍ਰਭੂ ਜੀ ਆਪਣੀ। ਅਤੇ ਖਾਸ ਕਰਕੇ ਪ੍ਰਾਰਥਨਾ ਪ੍ਰਭੂ ਜੀ ਇਸ ਸਮੇਂ ਦੇ ਵਿੱਚੋਂ ਤੁਸੀਂ ਆਪਣੇ ਵਚਨ ਨੂੰ ਇਸਤੇਮਾਲ ਕਰੋ, ਤਾਂ ਕਿ ਉਹ ਲੋਕਾਂ ਨੂੰ ਲੱਭੇ ਜਿਹੜੇ ਪ੍ਰਭੂ ਜੀ ਤੁਸੀਂ ਬਚਾਏ ਹੋਏ ਆ। ਤੁਸੀਂ ਪ੍ਰਭੂ ਜੀ ਉਹਨਾਂ ਨੂੰ ਹਿਲਾਵੋ, ਤੁਸੀਂ ਉਹਨਾਂ ਨੂੰ ਆਪਣੇ ਰਾਜ ਸ਼ਾਮਿਲ ਕਰੋ ਪ੍ਰਭੂ ਜੀ। ਪ੍ਰਾਰਥਨਾ ਇਸ ਮੰਡਲੀ ਦੀਆਂ ਮੀਟਿੰਗਾਂ ਵਾਸਤੇ, ਜੋ ਵੀ ਸਾਡੇ 'ਤੇ ਔਨਲਾਈਨ ਮੀਟਿੰਗਾਂ ਹੁੰਦੀਆਂ, ਜੋ ਮੀਟਿੰਗਾਂ ਆਉਣ ਵਾਲੀਆਂ ਇਸ ਹਫ਼ਤੇ ਦੇ ਵਾਸਤੇ, ਸਾਰੇ ਤੁਹਾਡੇ ਹੱਥ ਦਿੰਦੇ ਹਾਂ। ਪ੍ਰਾਰਥਨਾ ਪ੍ਰਭੂ ਜੀ ਜੋ ਇਸ ਮੰਡਲੀਆਂ ਲੋੜਾਂ ਜ਼ਰੂਰਤਾਂ ਵਾਸਤੇ, ਜੋ ਲੋਕ ਬਿਮਾਰ ਆ ਪ੍ਰਭੂ ਜੀ, ਜੋ ਠੀਕ ਹੋ ਰਹੇ ਉਹਨਾਂ ਦਾ ਤੁਸੀਂ ਨਾਲ ਹੋਵੋ। ਖਾਸ ਕਰਕੇ ਮੇਰੀ ਪ੍ਰਾਰਥਨਾ ਪ੍ਰਭੂ ਜੀ ਬ੍ਰਦਰ ਸਤਨਾਮ ਵਾਸਤੇ, ਜੋ ਠੀਕ ਹੋ ਕੇ ਆਪਣੇ ਹੁਣ ਘਰ ਆਏ ਪਰ ਉਹ ਰਿਕਵਰੀ ਪਾ ਰਹੇ ਪਿਤਾ ਪਰਮੇਸ਼ਰ, ਤੁਸੀਂ ਉਹਦੇ ਨਾਲ ਹੋਵੋ। ਅੰਕਲ ਸੋਢੀ ਦੇ ਬਾਂਸੋ ਵਾਸਤੇ, ਜਿਸ ਤਰ੍ਹਾਂ ਉਹਨੂੰ ਕੋਵਿਡ ਪੋਜ਼ੀਟਿਵ ਆਇਆ, ਤੁਸੀਂ ਪ੍ਰਭੂ ਜੀ ਉਹਨਾਂ ਨੂੰ ਸ਼ਿਫਾ ਦਿਓ, ਜਲਦੀ ਰਿਕਵਰੀ ਹੋਵੇ ਉਹਨਾਂ ਦੇ ਵਿੱਚ। ਐਲਬਰਟ, ਉਹਨਾਂ ਦੇ ਫੁੱਟ ਫ੍ਰੈਕਚਰ ਹੋਇਆ, ਤੁਸੀਂ ਪ੍ਰਭੂ ਜੀ ਉਹਨਾਂ ਨੂੰ ਸ਼ਿਫਾ ਦਿਓ। ਵਨੀਤਾ ਕੁਲਵੰਤ ਦੀ ਮਮ, ਜੋ ਕਿ ਉਹਨਾਂ ਦੀ ਇਸ ਬੀਤੇ ਹਫ਼ਤੇ ਡੈਥ ਹੋਈ ਆ, ਤੁਸੀਂ ਪ੍ਰਭੂ ਜੀ ਸਾਰੇ ਪਰਿਵਾਰ ਨੂੰ ਤੁਸੀਂ ਆਪਣੀ ਸਵਰਗੀ ਤਸੱਲੀ ਦਿਓ, ਤਾਂ ਕਿ ਉਹ ਜਾਣਨ ਪ੍ਰਭੂ ਜੀ ਸਿਰਫ ਤਸੱਲੀ ਸਾਨੂੰ ਤੁਹਾਡੇ ਕੋਲੋਂ ਮਿਲਦੀ ਆ। ਚੈਕੋ ਥੋਮਸ ਇੰਡੀਆ, ਉਹਨਾਂ ਦੀ ਆਈ ਸਰਜਰੀ ਵਾਸਤੇ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ। ਥੀਓ ਅੰਕਲ ਨਾਜਰ ਗ੍ਰੈਂਡਸਨ ਵਾਸਤੇ ਪ੍ਰਾਰਥਨਾ ਕਰਦਾ। ਬਾਕੀ ਤੇਜ ਅੰਕਲ ਧਰਮਪਾਲ ਦੇ ਸਾਨੇ ਲੋਹ ਵਾਸਤੇ ਪ੍ਰਾਰਥਨਾ ਕਰਦਾ ਪਿਤਾ ਪਰਮੇਸ਼ਰ। ਬਾਕੀ ਇੱਕ ਵਾਰੀ ਫਿਰ ਪ੍ਰਾਰਥਨਾ ਪ੍ਰਭੂ ਜੀ ਮੇਰੀ ਬਚਨ ਵਾਸਤੇ, ਜੋ ਤੁਸੀਂ ਸਾਡੇ ਵਾਸਤੇ ਤਿਆਰ ਕੀਤਾ, ਸਾਨੂੰ ਤੁਸੀਂ ਪ੍ਰਭੂ ਜੀ ਉਹ ਕੰਨ ਸੁਣਨ ਵਾਲੇ ਕੰਨ ਦਿਓ, ਤਾਂ ਕਿ ਪ੍ਰਭੂ ਜੀ ਅਸੀਂ ਤੁਹਾਡੇ ਵਚਨ ਨੂੰ ਧਿਆਨ ਨਾਲ ਸੁਣੀਏ, ਤਾਂ ਕਿ ਅਸੀਂ ਜ਼ਿੰਦਗੀਆਂ 'ਚ ਅਪਲਾਈ ਕਰੀਏ। ਪ੍ਰਭੂ ਜੀ ਮੇਰੀ ਪ੍ਰਾਰਥਨਾ ਸਾਰਾ ਕੁਛ ਪ੍ਰਭੂ ਯਿਸੂ ਮਸੀਹ ਨਾਮ 'ਚ ਮੰਗਦਾ ਹਾਂ, ਆਮੀਨ। ਆਓ ਹੁਣ ਇਸ ਹਫ਼ਤੇ ਦੇ ਆਉਣ ਵਾਲੇ ਨੋਟਿਸਿਸ ਵੱਲ ਚੱਲਦੇ ਹਾਂ। ਅਤੇ ਨੋਟਿਸਿਸ ਇਸ ਤਰ੍ਹਾਂ ਹਨ। ਅੱਜ ਸ਼ਾਮ ਦੀ ਮੀਟਿੰਗ ਹੋਵੇਗੀ ਇਸ ਬਿਲਡਿੰਗ ਵਿੱਚ 5 ਵਜੇ। ਤੁਸੀਂ ਕਿਰਪਾ ਕਰਕੇ ਥੋੜ੍ਹਾ ਸਮਾਂ ਪਹਿਲਾਂ ਕੱਢ ਕੇ ਆਵੋ, ਤਾਂ ਕਿ ਅਸੀਂ ਇੱਥੇ ਲੌਗ ਬੁੱਕ ਰੱਖੀ ਹੁੰਦੀ ਆ, ਜੋ ਕਿ ਆਉਂਦਾ ਇੱਥੇ ਉਹਦਾ ਰਜਿਸਟਰ ਕੀਤਾ ਜਾਂਦਾ, ਅਤੇ ਟਰੈਕ ਐਂਡ ਟ੍ਰੇਸ ਪਰਪਸਿਸ ਵਾਸਤੇ ਜਿਸ ਤਰ੍ਹਾਂ ਹਦਾਇਤਾਂ ਲੱਗੀਆਂ ਹੁੰਦੀਆਂ, ਸਾਨੂੰ ਮਾਸਕ ਪਾਉਣੇ ਪੈਂਦੇ ਆ, ਸਾਨੂੰ ਆਪਣੇ ਨੂੰ ਸੈਨੀਟਾਈਜ਼ ਕਰਨਾ ਪੈਂਦਾ, ਇੱਕ ਦੂਜੇ ਦੂਰੀ ਬਣਾਏ ਰੱਖਣੀ ਪੈਂਦੀ ਆ। ਸੋ ਜਿਹੜੀਆਂ ਵੀ ਸਾਡੇ 'ਤੇ ਲੱਗੀਆਂ ਹਦਾਇਤਾਂ, ਸਾਨੂੰ ਉਹਨਾਂ ਧਿਆਨ ਰੱਖਣਾ ਪੈਂਦਾ। ਅਤੇ ਟਿਊਜ਼ਡੇ ਵਾਲੇ ਦਿਨ ਪੰਜਾਬੀ ਪ੍ਰੇਅਰ ਮੀਟਿੰਗ ਹੋਵੇਗੀ 7 ਵਜੇ। ਵੈਨਸਡੇ ਵਾਲੇ ਦਿਨ 7 ਵਜੇ ਇੰਗਲਿਸ਼ ਪ੍ਰੇਅਰ ਮੀਟਿੰਗ ਹੋਵੇਗੀ।
ਤੇ ਫਰਾਈਡੇ ਵਾਲੇ ਦਿਨ 6 ਵਜੇ ਸੰਡੇ ਸਕੂਲ ਹੋਵੇਗਾ। ਜਿਸ ਤਰ੍ਹਾਂ ਅਸੀਂ ਕਹਿੰਦੇ ਆ ਰਹੇ ਹਾਂ, ਮਾਪਿਆਂ ਨੂੰ ਤੁਸੀਂ ਆਪਣੇ ਬੱਚੇ ਲੈ ਕੇ ਆਵੋ ਇਸ ਮੀਟਿੰਗ ਵਿੱਚ। ਤੇ ਫਿਰ ਜੇ ਪ੍ਰਭ ਦੀ ਮਰਜ਼ੀ ਹੋਈ ਤਾਂ 11 ਵਜੇ ਸੰਡੇ ਆਨਲਾਈਨ ਮੀਟਿੰਗ ਇਸੇ ਤਰ੍ਹਾਂ ਹੋਵੇਗੀ ਤੇ ਸ਼ਾਮੀ 5 ਵਜੇ ਫਿਰ ਇਹ ਮੀਟਿੰਗ ਹੋਵੇਗੀ ਇਸ ਮੰਡਲੀ ਦੇ ਵਿੱਚ। ਥੋੜ੍ਹੇ ਜਿਹੇ ਐਡਵਾਂਸ ਨੋਟਿਸ ਥੋੜ੍ਹੇ ਧਿਆਨ ਨਾਲ ਸੁਣਿਓ। ਕ੍ਰਿਸਮਸ ਦੀ ਜਿਹੜੀਆਂ ਅਰੇਂਜਮੈਂਟਸ ਅਸੀਂ ਕੀਤੀਆਂ ਹੋਈਆਂ ਉਹਦੇ ਬਾਰੇ ਹਨ। ਕ੍ਰਿਸਮਸ ਡੇ ਵਾਲੇ ਨੂੰ ਸਰਵਿਸ 11:30 ਵਜੇ ਹੋਵੇਗੀ ਇਸ ਚਰਚ ਬਿਲਡਿੰਗ ਵਿੱਚ। ਉਹ ਤਦੇ ਹੀ ਹੋਣੀ ਆ ਜੇਕਰ ਘੱਟੋ ਘੱਟ 40 ਲੋਕਾਂ ਨੇ ਇੱਥੇ ਆਉਣਾ ਚਾਹਿਆ। ਇੱਕ ਤੁਹਾਨੂੰ ਪਹਿਲਾਂ ਟੈਕਸਟ ਮੈਸੇਜ ਭੇਜਿਆ ਜਾਵੇਗਾ, ਤੁਸੀਂ ਰਿਪਲਾਈ ਕਰੋ ਤਾਂ ਕਿ ਫਿਰ ਸਾਨੂੰ ਪਤਾ ਲੱਗੇ ਵੀ ਕਿੰਨੇ ਲੋਕਾਂ ਨੇ ਆਉਣਾ ਵਾ। ਅਤੇ ਵੱਧ ਤੋਂ ਵੱਧ 50 ਬੰਦੇ ਇੱਥੇ ਅਸੀਂ ਇੰਤਜ਼ਾਮ ਕਰ ਸਕਦੇ ਬੈਠਣ ਦੇ। ਸੋ 40 ਤੋਂ ਲੈ ਕੇ 50 ਬੰਦਿਆਂ ਦਾ ਅਰੇਂਜਮੈਂਟ ਕੀਤਾ ਜਾਊਗਾ। ਪਰ ਤੁਹਾਨੂੰ ਅਸੀਂ ਨੋਟਿਸ ਟੈਕਸਟ ਮੈਸੇਜ ਭੇਜਾਂਗੇ, ਸਾਨੂੰ ਤੁਸੀਂ ਜ਼ਰੂਰ ਰਿਪਲਾਈ ਕਰੋ ਤੁਸੀਂ ਆਉਣਾ, ਤਾਂ ਕਿ ਅਸੀਂ ਫਿਰ ਰਜਿਸਟਰ ਕਰੀਏ ਇੱਥੇ। ਉਸ ਹਿਸਾਬ ਨਾਲ ਅਸੀਂ ਇੰਤਜ਼ਾਮ ਕੀਤਾ ਜਾਊਗਾ ਇੱਥੇ। ਅਤੇ ਨਵੇਂ ਸਾਲ ਵਾਲੇ ਦਿਨ ਮਿਡਨਾਈਟ ਵਾਚ ਸਰਵਿਸ ਨਹੀਂ ਹੋਊਗੀ, ਪਰ ਉਸ ਦੀ ਬਜਾਏ ਨਿਊ ਈਅਰ ਵਾਲੇ ਦਿਨ 11 ਵਜੇ ਮੀਟਿੰਗ ਹੋਊਗੀ, ਜਿਸ ਦੇ ਵਿੱਚ ਤੁਸੀਂ ਹਿੱਸਾ ਲੈ ਸਕਦੇ ਆ। ਅਤੇ ਉਸ ਮੀਟਿੰਗ ਦੇ ਵਿੱਚ ਤੁਸੀਂ ਆਪਣੀਆਂ ਵਰਸਿਸ ਸ਼ੇਅਰ ਕਰ ਸਕਦੇ ਆ। ਜਿਸ ਤਰ੍ਹਾਂ ਤੁਹਾਨੂੰ ਜੋ ਵੀ 2020 ਸਾਲ ਦੇ ਵਿੱਚ ਤੁਹਾਨੂੰ ਬਲੈਸਿੰਗ ਮਿਲੀ ਆ, ਤੁਸੀਂ ਸਾਰਿਆਂ ਨਾਲ ਸ਼ੇਅਰ ਕਰ ਸਕਦੇ ਆ। ਅਤੇ ਅਗਲੇ ਫਿਰ 3 ਜਨਵਰੀ ਨੂੰ ਇਸੇ ਮੰਡਲੀ ਵਿੱਚ ਮੋਟੋ ਵਰਸ ਦਿੱਤੀ ਜਾਊਗੀ। ਸੌਰੀ ਥੋੜ੍ਹੇ ਜਿਹੇ ਐਡਵਾਂਸ ਨੋਟਿਸ ਥੋੜ੍ਹੇ ਜ਼ਿਆਦਾ ਵਾ, ਪਰ ਇਸ ਤੋਂ ਅੱਗੇ ਬਾਈਬਲ ਰੀਡਿੰਗ ਵੱਲ ਚੱਲਦੇ ਹਾਂ, ਜੋ ਕਿ ਯੋਹੰਨਾ ਦੀ ਕਿਤਾਬ ਉਹਦਾ 10ਵਾਂ ਅਧਿਆਏ 11 ਤੋਂ 21 ਆਇਤ। ਸੋ ਯੋਹੰਨਾ ਦੀ ਕਿਤਾਬ 10ਵਾਂ ਅਧਿਆਏ 11 ਤੋਂ 21 ਆਇਤ। ਅੱਛਾ ਅਯਾਲੀ ਮੈਂ ਹਾਂ, ਅੱਛਾ ਅਯਾਲੀ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ। ਜੋ ਕਾਮਾ ਹੈ ਅਤੇ ਅਯਾਲੀ ਨਹੀਂ, ਜਿਹਦੀਆਂ ਭੇਡਾਂ ਆਪਣੀਆਂ ਨਹੀਂ ਹਨ, ਸੋ ਬਘਿਆੜ ਨੂੰ ਆਉਂਦਾ ਵੇਖ ਕੇ ਭੇਡਾਂ ਨੂੰ ਛੱਡਦਾ ਅਤੇ ਭੱਜ ਜਾਂਦਾ ਹੈ। ਪਰ ਬਘਿਆੜ ਉਹਨਾਂ ਨੂੰ ਫੜ ਲੈਂਦਾ ਅਤੇ ਖਿੰਡਾ ਦਿੰਦਾ ਹੈ। ਉਹ ਇਸ ਲਈ ਭੱਜਦਾ ਹੈ ਜੋ ਉਹ ਕਾਮਾ ਹੈ ਅਤੇ ਭੇਡਾਂ ਦੀ ਚਿੰਤਾ ਨਹੀਂ ਕਰਦਾ। ਅੱਛਾ ਅਯਾਲੀ ਮੈਂ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਸਿਆਣਦਾ ਹਾਂ ਅਤੇ ਮੇਰੀਆਂ ਆਪਣੀਆਂ ਭੇਡਾਂ ਮੈਨੂੰ ਸਿਆਣਦੀਆਂ ਹਨ। ਜਿਸ ਪ੍ਰਕਾਰ ਪਿਤਾ ਮੈਨੂੰ ਸਿਆਣਦਾ ਹੈ, ਪਰ ਮੈਂ ਪਿਤਾ ਨੂੰ ਸਿਆਣਦਾ ਹਾਂ। ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਦਿੰਦਾ ਹਾਂ। ਅਤੇ ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ ਦੀਆਂ ਨਹੀਂ। ਮੈਨੂੰ ਚਾਹੀਦਾ ਹੈ ਜੋ ਉਹਨਾਂ ਨੂੰ ਵੀ ਲਵਾਂ, ਪਰ ਉਹ ਮੇਰੀ ਆਵਾਜ਼ ਸੁਣਨਗੀਆਂ ਅਤੇ ਇੱਕੋ ਇੱਜੜ ਅਤੇ ਇੱਕੋ ਅਯਾਲੀ ਹੋਵੇਗਾ। ਪਿਤਾ ਮੈਨੂੰ ਇਸ ਲਈ ਪਿਆਰ ਕਰਦਾ ਹੈ ਕਿ ਮੈਂ ਆਪਣੀ ਜਾਨ ਦਿੰਦਾ ਹਾਂ ਜੋ ਉਹਨੂੰ ਫੇਰ ਲਵਾਂ। ਕੋਈ ਉਸ ਨੂੰ ਮੈਥੋਂ ਖੋਹਦਾ ਨਹੀਂ, ਪਰ ਮੈਂ ਆਪੇ ਉਹਨੂੰ ਦਿੰਦਾ ਹਾਂ। ਮੇਰਾ ਅਖਤਿਆਰ ਹੈ ਜੋ ਉਹਨੂੰ ਦੇਵਾਂ ਅਤੇ ਮੇਰਾ ਅਖਤਿਆਰ ਹੈ ਜੋ ਉਹਨੂੰ ਫੇਰ ਲਵਾਂ। ਇਹ ਹੁਕਮ ਮੈਂ ਆਪਣੇ ਪਿਤਾ ਕੋਲੋਂ ਪਾਇਆ ਹੈ। ਉਹਨਾਂ ਵਚਨਾਂ ਦੇ ਕਾਰਨ ਯਹੂਦੀਆਂ ਵਿੱਚ ਫੇਰ ਫੁੱਟ ਪੈ ਗਈ, ਔਰ ਉਹ ਬਹੁਤੇ ਉਹਨਾਂ ਵਿੱਚੋਂ ਬੋਲੇ, ਭਾਈ ਉਹ ਤੂੰ ਭੂਤ ਚੰਬੜਿਆ ਹੋਇਆ ਹੈ। ਪਰ ਉਹ ਕਮਲਾ ਹੈ, ਕਾਹਨੂੰ ਤੁਸੀਂ ਉਹਦੀ ਸੁਣਦੇ ਹੋ। ਹੋਰ ਨਾ ਆਖਿਆ, ਇਹ ਗੱਲਾਂ ਭੂਤ ਦੇ ਗ੍ਰਿਸੇ ਹੋਏ ਦੀਆਂ ਨਹੀਂ ਹਨ। ਭੂਤ ਭਲਾ ਅੰਨ੍ਹੇ ਦੀਆਂ ਅੱਖਾਂ ਖੋਲ੍ਹ ਸਕਦਾ ਹੈ। ਆਮੀਨ। ਆਓ ਇਸ ਤੋਂ ਪਹਿਲਾਂ ਕਿ ਭਾਈ ਆਪਣੇ ਲੱਗੇ ਵਚਨ ਲੈ ਕੇ ਆਵੇ, ਅਸੀਂ ਇਸ ਮੀਟਿੰਗ ਦੇ ਅਗਲੇ ਗੀਤ ਵੱਲ ਚੱਲਦੇ ਹਾਂ, ਜੋ ਕਿ ਇਸ ਸਕਰੀਨ 'ਤੇ ਆਵੇਗਾ। Found in
come this morning to the fourth of the 7 I am statements we have been looking at from the Gospel of John. ਅੱਜ ਸਵੇਰੇ ਅਸੀਂ ਚੌਥੇ ਮੈਂ ਹਾਂ ਤੇ ਆਉਂਦੇ ਹੈਗੇ ਆ ਯੂਹੰਨਾ ਦੀ ਇੰਜੀਲ ਵਿੱਚੋਂ ਜਿੱਥੋਂ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਹੈਗਾ ਕਿ ਮੈਂ ਹਾਂ। We said that the Gospel of John is different to the synoptics, that is Matthew, Mark and Luke, ਅਸੀਂ ਕਿਹਾ ਕਿ ਯੂਹੰਨਾ ਦੀ ਇੰਜੀਲ ਦੂਸਰੀ ਇੰਜੀਲਾਂ ਨਾਲੋਂ ਬਹੁਤ ਫਰਕ ਹੈਗੀ ਆ। primarily because his purpose in writing was to demonstrate that Jesus is the Son of God. He is God in the flesh, so that people may believe and have eternal life. ਯੂਹੰਨਾ ਨੇ ਲਿਖਤਾਂ ਵਿੱਚ ਇਸ ਕਰਕੇ ਫਰਕ ਲਿਖਿਆ ਤਾਂ ਕਿ ਲੋਕੀ ਵਿਸ਼ਵਾਸ ਕਰਨ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਕਿ ਉਹ ਖੁਦਾ ਦਾ ਬੇਟਾ ਹੈ ਔਰ ਵਿਸ਼ਵਾਸ ਕਰਕੇ ਉਹਦੇ ਕੋਲ ਆਉਣ। In our midweek Zoom meetings, ਆਪਣੀ ਜਿਹੜੀ ਜ਼ੂਮ ਦੀ ਮੀਟਿੰਗਾਂ ਹੁੰਦੀਆਂ ਹਫਤੇ ਵਿੱਚ we posed a question. ਇੱਕ ਸਵਾਲ ਪਾਇਆ ਸੀਗਾ। And this came out of a debate that I saw, ਇਹ ਸਵਾਲ ਨਿਕਲਿਆ ਸੀਗਾ ਇੱਕ ਮੁੱਦੇ ਵਿੱਚੋਂ where a Christian was answering questions from the audience. ਕਿ ਇੱਕ ਵਿਸ਼ਵਾਸੀ ਜਿਹੜਾ ਸੀਗਾ ਉਹ ਸਵਾਲਾਂ ਦੇ ਜਵਾਬ ਦੇ ਰਿਹਾ ਸੀਗਾ ਲੋਕਾਂ ਦੇ ਕੋਲੋਂ। And one of the questions was this: if Jesus is the Son of God, if he is God incarnate, ਇੱਕ ਸਵਾਲ ਇਹ ਸੀਗਾ ਕਿ ਜੇ ਪ੍ਰਭੂ ਯੀਸ਼ੂ ਮਸੀਹ ਖੁਦਾ ਦਾ ਬੇਟਾ ਹੈ, ਜੇ ਪ੍ਰਭੂ ਯੀਸ਼ੂ ਮਸੀਹ ਜੇ ਖੁਦਾ ਹੈ, if he's God in the flesh, ਜੇ ਉਹ ਹੈਗਾ ਕਿ ਪਰਮੇਸ਼ਰ ਦੇਹਧਾਰੀ ਹੋ ਕੇ ਆਇਆ, is that not similar to the Hindu gods like Vishnu or Hanuman or Krishna or others? Isn't it the same thing? Because they are also, or they claim to be God in the flesh as well. ਤਾਂ ਕੀ ਉਹਨਾਂ ਵਰਗਾ ਨਹੀਂ ਹੈਗਾ ਜਿੱਦਾਂ ਹਿੰਦੂਆਂ ਦੇ ਵਿੱਚ ਤੁਸੀਂ ਲਾ ਲਓ ਵਿਸ਼ਨੂੰ ਹੋਇਆ ਜਾਂ ਹਨੂਮਾਨ ਹੋਇਆ, ਉਹ ਵੀ ਤਾਂ ਇਹੀ ਕਹਿੰਦੇ ਆ ਕਿ ਉਹ ਦੇਹਧਾਰੀ ਹੋ ਕੇ ਆਏ ਹੈਗੇ ਆ। The Christian in the debate avoided, I think, directly answering the question. He didn't really deal with it properly. ਉਸ ਵਿਸ਼ਵਾਸੀ ਨੇ ਉਸ ਗੱਲ ਦਾ ਜਵਾਬ ਸਾਫ਼-ਸਾਫ਼ ਨਹੀਂ ਦਿੱਤਾ। But let me expand a little further. ਪਰ ਉਹ 'ਤੇ ਅਸੀਂ ਥੋੜ੍ਹੇ ਗੌਰ ਕਰੀਏ। Isn't then Jesus like other people who claim to be God? ਕੀ ਪ੍ਰਭੂ ਯੀਸ਼ੂ ਮਸੀਹ ਉਹਨਾਂ ਲੋਕਾਂ ਵਰਗਾ ਹੈਗਾ ਜਿਹੜੇ ਬਾਕੀ ਦੇ ਵੀ ਇਹੀ ਦਾਅਵਾ ਦਿੰਦੇ ਸੀਗੇ? People today like Sai Baba, who died but was in India, had a massive following. ਅੱਜ ਕੱਲ੍ਹ ਦੇ ਜ਼ਮਾਨੇ ਜਦੋਂ ਸਾਈਂ ਬਾਬਾ ਸੀਗਾ, ਜਦੋਂ ਉਹਦੇ ਪਿੱਛੇ ਬਹੁਤ ਸਾਰੇ ਲੋਕੀ ਲੱਗੇ ਸੀਗੇ ਹਿੰਦੁਸਤਾਨ ਦੇ ਵਿੱਚ। What about people in the West like David Icke, who was a BBC sports presenter? ਡੇਵਿਡ ਆਈਕੀ ਸੀਗਾ ਇਹਨਾਂ ਮੁਲਕਾਂ ਵਿੱਚ, ਉਹ ਸਪੋਰਟਸ ਦੇ ਬਾਰੇ ਪ੍ਰੋਗਰਾਮ ਦਿੰਦਾ ਸੀਗਾ। And he claimed to be the Son of God, and there are many others. ਉਹ ਕੀ ਕਹਿੰਦਾ ਸੀਗਾ? ਕਹਿੰਦਾ ਕਿ ਮੈਂ ਖੁਦਾ ਦਾ ਬੇਟਾ ਹੈ। ਉਹਦੇ ਵਰਗੇ ਹੋਰ ਬਹੁਤ ਸਾਰੇ ਲੋਕੀ ਆਏ ਆ। I remember on one occasion I went for a walk in a place called Sandwell Valley near our house. ਇੱਕ ਦਫਾ ਭਾਈ ਕਹਿੰਦਾ ਮੈਨੂੰ ਯਾਦ ਹੈ ਕਿ ਸੈਂਡਰਲ ਵੈਲੀ ਦੇ ਕੋਲ ਜਗ੍ਹਾ ਹੈਗੀ ਆ, ਉੱਥੇ ਗਏ ਤੁਰਨ ਫਿਰਨ। Pastor Elisha was preaching at the church, so we went for a walk. ਪਾਸਟਰ ਇਲਾਇਸ਼ਾ ਨੇ ਇੱਥੇ ਪ੍ਰਚਾਰ ਕਰਨਾ ਸੀਗਾ, ਸੋ ਵੀ ਨਾਲ ਚਲੇ ਗਏ। And we saw an old Indian man in a wheelchair with about 5 or 6 young men around him. ਅਸੀਂ ਇੱਕ ਸਿਆਣਾ ਬੰਦਾ ਦੇਖਿਆ, ਬਜ਼ੁਰਗ ਵੀਲ ਚੇਅਰ ਵਿੱਚ ਸੀਗਾ, ਉਹਦੇ ਆਲੇ ਦੁਆਲੇ 4-5 ਲੋਕੀ ਖੜੇ ਸੀਗੇ। Elisha gave them a tract ਇਲਾਇਸ਼ਾ ਨੇ ਉਹਨਾਂ ਨੂੰ ਪਰਚਾ ਦਿੱਤਾ, and said, "We are Christians and we believe Jesus." ਕਿਹਾ ਕਿ ਅਸੀਂ ਵਿਸ਼ਵਾਸੀ ਹੈਗੇ ਹਾਂ, ਅਸੀਂ ਪ੍ਰਭੂ ਵਿੱਚ ਵਿਸ਼ਵਾਸ ਕਰਦੇ ਹਾਂ। And they said, "Oh, that's good. And this is our God," pointing to the old man in the chair. And they said, "We are his disciples." ਉਹ ਕਹਿੰਦੇ ਚੰਗੀ ਗੱਲ ਆ, ਕਹਿੰਦੇ ਆਹ ਸਾਡਾ ਰੱਬ ਹੈਗਾ। ਜਿਹੜਾ ਬੰਦਾ ਵੀਲ ਚੇਅਰ 'ਚ ਬੈਠਾ ਸੀਗਾ ਉਹਦੇ ਇਸ਼ਾਰਾ ਕਰਕੇ ਕਹਿੰਦੇ ਇਹ ਸਾਡਾ ਰੱਬ ਹੈਗਾ, ਅਸੀਂ ਇਹਦੀ ਪੂਜਾ ਕਰਦੇ ਹਾਂ। We cringe at this and we say, "This is idolatry. How can you worship a man?" ਅਸੀਂ ਕਹਿੰਦੇ ਹਾਂ ਕਿ ਇਹ ਮੂਰਤੀ ਪੂਜਾ ਹੈਗੀ ਆ, ਤੁਸੀਂ ਇੱਕ ਇਨਸਾਨ ਦੀ, ਇੱਕ ਆਦਮੀ ਦੀ ਕਿੱਦਾਂ ਪੂਜਾ ਕਰ ਸਕਦੇ ਆ? But people say the same thing to us, and they may say, "Well, how come you worship a man, Jesus? It's the same thing." ਲੋਕੀ ਸਾਨੂੰ ਵੀ ਇਹੀ ਕਹਿ ਸਕਦੇ ਆ ਕਿ ਤੁਸੀਂ ਕਹਿੰਦੇ ਆ ਕਿ ਤੁਸੀਂ ਯੀਸ਼ੂ ਮਸੀਹ ਦੀ ਇਬਾਦਤ ਕਰਦੇ ਆ, ਉਹ ਵੀ ਤਾਂ ਬੰਦਾ ਹੀ ਆ, ਤੇ ਉਹ ਇੱਕੋ ਗੱਲ ਹੋਈ ਆ। You say that he is God in the flesh, and so are the people we worship. ਤੁਸੀਂ ਵੀ ਤਾਂ ਇਹੀ ਕਹਿੰਦੇ ਆ ਕਿ ਯੀਸ਼ੂ ਮਸੀਹ ਦੇਹਧਾਰੀ ਹੋ ਕੇ ਆਇਆ ਇਨਸਾਨ ਦੇ ਰੂਪ ਵਿੱਚ, ਤੁਸੀਂ ਉਹਦੀ ਪੂਜਾ ਕਰਦੇ ਹੋ। ਤੁਸੀਂ ਕਹਿੰਦੇ ਅਸੀਂ ਵੀ ਬੰਦੇ ਦੀ ਪੂਜਾ ਕਰਦੇ ਆ। So that's a good question. ਚੰਗਾ ਸਵਾਲ ਆ, How would we answer it? ਕੀ ਜਵਾਬ ਦਈਏ ਇਹਦਾ? So we discussed this in the midweek meeting. ਤੁਸੀਂ ਵੀ ਇਸ ਗੱਲ ਬਾਰੇ ਅਸੀਂ ਬਹਿਸ ਕੀਤੀ। Now, let me just point out a number of things to you, and I think they're worth repeating in this meeting. ਇੱਕ ਦੋ ਗੱਲਾਂ ਦੱਸੀਏ ਔਰ ਅਸੀਂ ਤੁਹਾਨੂੰ ਹੁਣ ਦੱਸਾਂਗੇ ਤਾਂ ਕਿ ਚੰਗੀ ਗੱਲ ਹੈਗੀ ਅਸੀਂ ਇਹਨਾਂ ਗੱਲਾਂ ਨੂੰ And ਦੁਹਰਾਈਏ। you may want to make a note of them. ਚਾਹੁੰਦੇ ਸੀ ਲਿਖ ਸਕਦੇ ਆ। Firstly, ਪਹਿਲੀ ਗੱਲ, the Hindu gods ਜਿਹੜੇ ਹਿੰਦੂ ਦੇਵੀ ਦੇਵਤੇ ਹੈਗੇ ਆ, and also other gods like the Greek gods, ਉਹ ਜਿਹੜੇ ਯੂਨਾਨੀ ਜਿਹੜੇ ਦੇਵੀ ਦੇਵਤੇ ਸੀਗੇ, they are all based on mythology, ਉਹ ਸਾਰੇ ਜਿਹੜੇ ਹੈਗੇ ਆ ਉਹ ਬਣਾਈਆਂ ਹੋਈਆਂ ਕਹਾਣੀਆਂ ਉੱਤੇ ਆਧਾਰਿਤ ਹੈਗੇ ਆ, not based on proper history. ਇਹ ਇਤਿਹਾਸ ਉੱਤੇ ਨਹੀਂ ਹੈਗਾ। Jesus, we know, really existed.
ਸੋ ਪ੍ਰਭੂ ਯਿਸੂ ਮਸੀਹ ਸੱਚੀ ਮੁੱਚੀ ਵਕਤ ਦੇ ਵਿੱਚ ਸਮੇਂ ਦੇ ਵਿੱਚ ਸੀਗੇ। He was a historical figure. Even Jewish historians like Josephus mentioned him in his writing. ਉਹ ਇਤਿਹਾਸਿਕ ਇਨਸਾਨ ਸੀਗੇ ਜਿਹੜੇ ਲਿਖਤਾਂ ਵਾਲੇ ਹੈਗੇ ਆ, ਉਹਨਾਂ ਨੇ ਆਪਣੀ ਕਿਤਾਬਾਂ ਵਿੱਚ ਪ੍ਰਭੂ ਯਿਸੂ ਮਸੀਹ ਦੇ ਬਾਰੇ ਲਿਖਿਆ ਹੈਗਾ। Secondly, ਦੂਸਰੀ ਗੱਲ, Jesus is not only an incarnation of God, an expression of God, or a manifestation of God. ਪ੍ਰਭੂ ਯਿਸੂ ਮਸੀਹ ਸਿਰਫ ਇਹ ਨਹੀਂ ਹੈਗਾ ਕਿ ਪ੍ਰਭੂ ਯਿਸੂ ਮਸੀਹ ਜਿਹੜਾ ਹੈਗਾ ਉਹ ਪਰਮੇਸ਼ਰ ਦਾ ਸਰੂਪ ਹੈਗਾ ਕਿ ਦੇਹਧਾਰੀ ਹੋ ਕੇ ਧਰਤੀ ਉੱਤੇ ਆਇਆ, That appears in human form. ਕਿ ਇਨਸਾਨੀ ਰੂਪ ਵਿੱਚ ਆਇਆ। No, he is actually God himself, ਪ੍ਰਭੂ ਯਿਸੂ ਮਸੀਹ ਖੁਦ ਆਪ ਪਰਮੇਸ਼ਵਰ ਹੈਗੇ ਆ, who is incarnated as a man. ਇਨਸਾਨ ਹੋ ਕੇ ਉਹ ਆਏ ਹੈਗੇ ਧਰਤੀ ਉੱਤੇ। So he's fully God, ਸੰਪੂਰਨ ਪਰਮੇਸ਼ਵਰ, not just an expression of God. ਇੱਕ ਸਿਰਫ ਇਸ਼ਾਰਾ ਨਹੀਂ ਹੈਗਾ। He is fully God and fully man. ਪ੍ਰਭੂ ਯਿਸੂ ਮਸੀਹ ਸੰਪੂਰਨ ਇਨਸਾਨ ਔਰ ਸੰਪੂਰਨ ਪਰਮੇਸ਼ਵਰ ਹੈਗੇ ਆ। He has two natures, a God nature and a human nature. ਉਹਦੇ ਦੋ ਸ਼ਖਸੀਅਤਾਂ ਹੈਗੀਆਂ, ਇਨਸਾਨੀ ਸ਼ਖਸੀਅਤ ਔਰ ਖੁਦਾਈ ਸ਼ਖਸੀਅਤ। But there are not two persons, there is one person, the Lord Jesus Christ. ਪ੍ਰਭੂ ਯਿਸੂ ਮਸੀਹ ਦੋ ਅਲੱਗ-ਅਲੱਗ ਬੰਦੇ ਨਹੀਂ ਹੈਗੇ, ਇੱਕੋ ਹੀ ਹੈਗਾ। This in theology is called the hypostatic union, that is the two natures in one person. ਇਹਨੂੰ ਕਹਿੰਦੇ ਹਾਈਪੋਸਟੈਟਿਕ ਯੂਨੀਅਨ, ਯਾਨੀ ਕਿ ਇੱਕ ਇਨਸਾਨ ਦੇ ਵਿੱਚ ਦੋ ਸ਼ਖਸੀਅਤਾਂ। This is what's revealed in the Bible, so he's different. ਪਰਮੇਸ਼ਵਰ ਨੇ ਬਾਈਬਲ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ। Thirdly, ਤੀਸਰੀ ਗੱਲ, Jesus' life demonstrates that he is God. ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਕਿ ਉਹ ਪਰਮੇਸ਼ਵਰ ਹੈ। There are no blemishes in his characters. There's no sin found in him. He is perfect. ਪ੍ਰਭੂ ਦੇ ਸਰੂਪ ਵਿੱਚ, ਉਹਦੇ ਸ਼ਖਸੀਅਤ ਦੇ ਵਿੱਚ ਕੋਈ ਦਾਗ ਨਹੀਂ, ਕੋਈ ਧੱਬਾ ਨਹੀਂ ਹੈਗਾ, ਕੋਈ ਪਾਪ ਨਹੀਂ ਹੈਗਾ, ਪੂਰੇ ਦੇ ਪੂਰੇ ਸੰਪੂਰਨ ਹੈਗੇ ਆ। Even in Hinduism, the gods fight amongst themselves, and there's all sorts of sins amongst them. ਹਿੰਦੂਆਂ ਵਿੱਚ ਕੀ ਹੈਗਾ, ਰੱਬ ਜਿਹੜੇ ਹੈਗੇ ਉਹਨਾਂ ਦੇ ਆਪਸ ਵਿੱਚ ਲੜਦੇ ਹੈਗੇ ਆ, ਉਹਨਾਂ 'ਚ ਬਹੁਤ ਸਾਰੇ ਕੱਜ ਹੈਗੇ ਆ। And even people like Sai Baba and others, that there are sins, there are faults in them. ਸਾਈਂ ਬਾਬਾ ਜਿਹੜਾ ਸੀਗਾ, ਇਹਨਾਂ ਲੋਕਾਂ ਵਿੱਚ ਕੱਜ ਹੈਗੇ, ਇਹਨਾਂ 'ਚ ਗਲਤੀਆਂ ਹੈਗੀਆਂ, ਕਮੀਆਂ ਹੈਗੀਆਂ। Jesus was perfect. ਪ੍ਰਭੂ ਯਿਸੂ ਮਸੀਹ ਸੰਪੂਰਨ ਸੀਗੇ। Fourthly, Jesus' miracles demonstrate that he is God. ਚੌਥੀ ਗੱਲ, ਪ੍ਰਭੂ ਯਿਸੂ ਮਸੀਹ ਦੇ ਮੌਜੂਦ ਦਾ ਪਤਾ ਲੱਗਦਾ ਕਿ ਉਹ ਪਰਮੇਸ਼ਵਰ ਹੈ। In John's Gospel, he calls them signs that point to the fact that he's the Son of God. ਯੋਹੰਨਾ 'ਚ ਲਿਖਿਆ ਕਿ ਜਿਹੜੇ ਮੌਜੂਦ ਹੈਗੇ ਆ ਉਹ ਇਸ਼ਾਰਾ ਕਰਦੇ ਇਸ ਗੱਲ ਦਾ ਕਿ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਹੈ। Number 5, Jesus himself claims to be God. ਪੰਜਵਾਂ, ਪ੍ਰਭੂ ਯਿਸੂ ਮਸੀਹ ਖੁਦ ਆਪ ਕਹਿੰਦੇ ਆ ਕਿ ਮੈਂ ਰੱਬ ਹਾਂ। He uses the term I am to speak of himself, which is a term only used of God. ਜਦੋਂ ਪ੍ਰਭੂ ਆਪਣੀ ਗੱਲ ਕਰਦੇ ਆ, ਉਹ ਕਹਿੰਦੇ ਕਿ ਮੈਂ ਹਾਂ, ਸਿਰਫ ਉਹੀ ਕਹਿ ਸਕਦਾ ਹੈਗਾ ਜਿਹੜਾ ਰੱਬ ਹੈ। Number 6, his unique birth, the virgin birth, shows that he is God in the flesh. ਛੇਵੀਂ Seed ਗੱਲ, of the Holy Spirit. ਪ੍ਰਭੂ ਦਾ ਜਿਹੜਾ ਜਨਮ ਹੈਗਾ ਉਸ ਤੋਂ ਪਤਾ ਲੱਗਦਾ ਹੈਗਾ, ਕੁਆਰੀ ਤੋਂ ਪੈਦਾ ਹੋਏ, ਉਸ ਤੋਂ ਪਤਾ ਲੱਗਦਾ ਹੈਗਾ ਕਿ ਉਹ ਪਰਮੇਸ਼ਵਰ ਹੈ। Number 7, ਸੱਤਵੀਂ ਗੱਲ, he fulfilled scripture. ਪ੍ਰਭੂ ਲਿਖਤਾਂ ਨੂੰ ਪੂਰੀਆਂ ਕਰਦੇ ਆ। Hundreds of things are said about his birth and his life and his death and his coming. ਪ੍ਰਭੂ ਯਿਸੂ ਮਸੀਹ ਦੇ ਬਾਰੇ, ਉਹਦੇ ਧਰਤੀ ਉੱਤੇ ਰਹਿਣ ਦੇ ਬਾਰੇ, ਸਭ ਕੁਝ ਦੇ ਬਾਰੇ, ਉਹਦੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਲਿਖਤਾਂ ਹੈਗੀਆਂ। And Jesus fulfilled these perfectly. ਪ੍ਰਭੂ ਨੇ ਪੂਰੀ ਸੰਪੂਰਨਤਾ ਦੇ ਨਾਲ ਇਹਨਾਂ ਗੱਲਾਂ ਨੂੰ ਪੂਰਾ ਕੀਤਾ। That show that he is God in the flesh. ਪਤਾ ਲੱਗਦਾ ਕਿ ਉਹ ਪਰਮੇਸ਼ਵਰ ਦੇਹਧਾਰੀ ਹੈਗੇ ਆ। And number 8, ਅੱਠਵੀਂ ਗੱਲ, Jesus died and he rose again. ਪ੍ਰਭੂ ਯਿਸੂ ਮਸੀਹ ਮਰ ਗਏ ਔਰ ਜੀ ਉਠੇ। He conquered death. ਮੌਤ ਤੇ ਪ੍ਰਭੂ ਨੇ ਜਿੱਤ ਪਾਈ। No one has risen from the dead. ਕੋਈ ਵੀ ਇਨਸਾਨ ਮੁਰਦਿਆਂ ਵਿੱਚੋਂ ਨਹੀਂ ਜੀ ਉਠਿਆ ਹੈਗਾ। This is a proven fact. It's based on history. ਇਹ ਇਤਿਹਾਸਿਕ ਪੱਕੀ ਗੱਲ ਹੈਗੀ ਆ। His disciples saw him, they touched him, they said, "This is not flesh and bones." They ate with him. ਪ੍ਰਭੂ ਦੇ ਚੇਲਿਆਂ ਨੇ ਉਹਨੂੰ ਛੂਹਿਆ, ਹੱਥ ਲਾਇਆ, ਉਹਦੇ ਨਾਲ ਖਾਣਾ ਖਾਧਾ। ਇਹ ਉਹ ਏਦਾਂ ਨਹੀਂ ਕਰ ਸਕਦੇ ਕਿ ਜੋ ਨਾ ਜੀ ਉਠਿਆ ਹੋਵੇ। These things and others show that Jesus is God in the flesh. ਇਹਨਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਹੈਗਾ ਜਿਹੜਾ ਦੇਹਧਾਰੀ ਹੋ ਕੇ ਆਇਆ ਹੈ। He's not half man, half God. He's not a demigod. He is fully God, fully man. ਇਹ ਨਹੀਂ ਕਿ ਅੱਧੇ ਰੱਬ ਹੈਗੇ ਆ, ਅੱਧੇ ਇਨਸਾਨ ਹੈਗੇ ਆ। ਸੰਪੂਰਨ ਪਰਮੇਸ਼ਵਰ, ਸੰਪੂਰਨ ਇਨਸਾਨ ਇੱਕ ਦੇ ਵਿੱਚ। Jesus is unique. ਪ੍ਰਭੂ ਯਿਸੂ ਮਸੀਹ
ਅਜੀਬ ਹੈਗੇ, ਅਲੱਗਾ ਹੈਗੇ ਆ। And in John's Gospel, in these I am statements, ਯੂਹੰਨਾ ਦੀ ਇੰਜੀਲ ਦੇ ਵਿੱਚ ਜਿਹੜੇ ਮੈਂ ਹਾਂ ਹੈਗੇ ਆ, they reveal to him to us that he is the Son of God, ਇਹਨਾਂ ਵਿੱਚ ਸਾਨੂੰ ਪਤਾ ਲੱਗਦਾ ਕਿ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਹੈ, who came into the world to save sinners and give us eternal life. ਪ੍ਰਭੂ ਆਏ ਦੁਨੀਆ ਵਿੱਚ ਪਾਪੀਆਂ ਨੂੰ ਬਚਾਉਣ ਦੇ ਲਈ ਔਰ ਸਾਨੂੰ ਅਨੰਤ ਜੀਵਨ ਦੇਣ ਦੇ ਲਈ। So we're looking at the fourth I am statement. ਸੋ ਅੱਜ ਅਸੀਂ ਚੌਥਾ ਦੇਖਣਾ ਹੈਗਾ ਪ੍ਰਭੂ ਨੇ ਜਿੱਥੇ ਕਿਹਾ And it's ਕਿ found ਮੈਂ ਹਾਂ। here in John 10 verse 11 and verse 14 where he says, I am the good shepherd. ਯੂਹੰਨਾ 11 ਚੈਪਟਰ 14 ਚ ਲਿਖਿਆ ਜਿੱਥੇ ਪ੍ਰਭੂ ਨੇ ਕਿਹਾ ਅੱਛਾ ਚਰਵਾਹਾ ਮੈਂ ਹੂੰ। When we think of God being a shepherd, ਜਦੋਂ ਸੋਚਦੇ ਹਾਂ ਕਿ ਪਰਮੇਸ਼ਵਰ ਇੱਕ ਚਰਵਾਹਾ ਹੈਗਾ, it reminds us of Psalm 23, doesn't it? ਕਦ ਯਾਦ ਆਉਂਦੀ ਹੈ? ਜ਼ਬੂਰ 23 ਦੀ। And many Christians know this off by heart. ਬਹੁਤ ਸਾਰੇ ਵਿਸ਼ਵਾਸੀ ਜ਼ਬੂਰ 23 ਨੂੰ ਮੂੰਹ ਜਵਾਨੀ ਜਾਣਦੇ ਆ। Starts off by saying, the Lord is my shepherd, I shall not want. ਕਿੰਨਾ ਸ਼ੁਰੂ ਹੁੰਦਾ? ਯਹੋਵਾ ਮੇਰਾ ਚਰਵਾਹਾ ਹੈਗਾ, ਮੈਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਊਗੀ। There were two men, ਦੋ ਬੰਦੇ they ਸੀਗੇ, were both called to recite Psalm 23. ਦੋਨੋਂ ਨੂੰ ਕਿਹਾ ਗਿਆ ਕਿ ਤੁਸੀਂ ਜ਼ਬੂਰ 23 ਜਿਹੜਾ ਹੈਗਾ ਉਹ ਮੂੰਹ ਜਵਾਨੀ ਸੁਣਾਓ। They were in a theatrical setting. ਉਹ ਥੀਏਟਰ ਵਿੱਚ ਸੀਗੇ ਜਿਸ ਦੇ ਡਰਾਮੇ ਕਰਦੇ ਆ। So the first speaker was an orator, ਪਹਿਲਾ ਜਿਹੜਾ ਸੀਗਾ public speaker, ਉਹ ਸੀਗਾ ਜਿਹੜਾ ਅੱਛੇ ਲਹਿਜੇ ਦੇ ਨਾਲ ਬੋਲਣ ਵਾਲਾ ਸੀਗਾ। someone who's trained in the art of public speaking and can make things sound dramatic. ਉਹਨੂੰ ਸਿਖਾਇਆ ਗਿਆ ਸੀਗਾ ਕਿ ਤੂੰ ਬੋਲ ਕੇ ਏਦਾਂ ਬੋਲਣਾ ਹੈਗਾ ਕਿ ਤੂੰ ਉਸ ਜਿੱਦਾਂ ਕਹਿੰਦੇ ਕਿ ਲਫ਼ਜ਼ਾਂ ਵਿੱਚ ਰੂਹ ਜਾਨ ਪਾ ਦੇਣੀ ਹੈਗੀ ਆ। He recited Psalm 23 ਉਹਨੇ ਜ਼ਬੂਰ 23 ਸੁਣਾਇਆ in a powerful way. ਇੱਕ ਬੜੇ ਜ਼ਬਰਦਸਤ ਤਰੀਕੇ ਦੇ ਨਾਲ। When he finished, the audience said, do it again. They wanted an encore. ਜਦੋਂ ਖਤਮ ਹੋ ਗਿਆ ਫਿਰ ਕਹਿੰਦੇ ਇੱਕ ਵਾਰ ਫਿਰ ਸੁਣਾ, ਸ਼ਾਬਾਸ਼, ਵਾਹ ਵਾਹ। It moved them ਉਹ ਅੰਦਰੋਂ ਹਿਲਾਏ ਗਏ ਸੁਣ ਕੇ, and they were impressed. ਉਹਨਾਂ ਨੂੰ ਚੰਗਾ ਲੱਗਿਆ। Then the second man, he was an older man. ਦੂਸਰਾ ਬੰਦਾ ਜਿਹੜਾ ਸੀਗਾ ਉਹ ਥੋੜਾ ਬਜ਼ੁਰਗ ਸੀਗਾ, he recited Psalm 23. ਉਹਨੇ ਵੀ 23 ਜ਼ਬੂਰ ਸੁਣਾਇਆ। But when he finished, ਉਹਨੇ ਜਦੋਂ ਖਤਮ ਕੀਤਾ there was absolute silence. ਸਾਰੇ ਚੁੱਪ ਸੀਗੇ, No one said a thing. ਇੱਕ ਲਫ਼ਜ਼ ਵੀ ਨਹੀਂ ਬੋਲਿਆ ਕੋਈ ਵੀ ਬਾਅਦ ਦੇ ਵਿੱਚ, Because they were left in a thoughtful state. ਕਿਉਂਕਿ ਸੁਣ ਕੇ ਉਹ ਸੋਚਣ ਤੇ ਮਜਬੂਰ ਹੋ ਗਏ। Because the reading of the psalm ਕਿਉਂਕਿ ਜ਼ਬੂਰ ਦਾ ਪੜ੍ਹਨਾ moved them to quietness because they were in the presence of God. ਉਹ ਸੁਣ ਕੇ ਚੁੱਪ ਹੋ ਗਏ। ਕਿਉਂ? ਉਹਨਾਂ ਨੇ ਮਹਿਸੂਸ ਕੀਤਾ ਕਿ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਅੱਗੇ ਆ ਗਏ ਹੈਗੇ The ਹਾਂ। orator came back to the stage ਪਹਿਲਾ ਬੰਦਾ ਜਿਹੜਾ ਸੀਗਾ ਜਿਹਨੇ ਸੁਣਾਇਆ ਉਹ ਮੁੜ ਕੇ ਆਇਆ ਸਟੇਜ ਤੇ, and he said to the crowd, ਉਹਨੇ ਕਿਹਾ ਭੀੜ ਨੂੰ I have to confess ਕਿ ਮੈਨੂੰ ਇੱਕ ਗੱਲ ਦਾ ਇਕਰਾਰ the ਕਰਨਾ ਪੈਣਾ difference between me and the old man ਕਿ ਮੇਰੇ ਤੇ ਇਸ ਬੁੱਢੇ ਇਨਸਾਨ ਦੇ ਵਿੱਚ is that I know Psalm 23 very well. ਇਹ ਫਰਕ ਹੈਗਾ ਕਿ ਮੈਂ ਤੇ ਜ਼ਬੂਰ ਤੇ ਹੀ ਚੰਗੀ ਤਰ੍ਹਾਂ ਜਾਣਦਾ ਹੈਗਾ ਮੂੰਹ ਜਵਾਨੀ, But this man knows the shepherd of the psalm. ਪਰ ਇਹ ਜਿਹੜਾ ਸਿਆਣਾ ਬੰਦਾ ਬਜ਼ੁਰਗ ਹੈਗਾ ਇਹ ਬੰਦਾ ਉਸ ਜ਼ਬੂਰ ਦੇ ਚਰਵਾਹੇ ਨੂੰ ਜਾਣਦਾ ਹੈਗਾ। We may know Psalm 23. ਬੇਸ਼ੱਕ ਅਸੀਂ 23 ਜ਼ਬੂਰ ਜਾਣੀਏ, It may move us, ਸੁਣ ਕੇ ਅਸੀਂ ਅੰਦਰੋਂ ਹਿਲਾਏ ਜਾਈਏ, but do we know the shepherd of the psalm? ਪਰ ਕੀ ਅਸੀਂ ਜ਼ਬੂਰ ਲਿਖਣ ਵਾਲੇ ਦਾ ਜਿਹੜਾ ਚਰਵਾਹਾ ਹੈਗਾ ਕਿ ਅਸੀਂ ਉਹਨੂੰ ਜਾਣਦੇ ਹਾਂ ਕਿ ਨਹੀਂ? ਗੱਲ ਇਹ ਹੈਗੀ ਆ। I pray you will know him deeper if you're a Christian, and you'll come to know him if you're not a Christian. ਸਾਡੀ ਪ੍ਰਾਰਥਨਾ ਜੇ ਅਸੀਂ ਵਿਸ਼ਵਾਸੀ ਹੈਗੇ ਆ ਤੁਸੀਂ ਉਹਨੂੰ ਡੂੰਘੀ ਤਰ੍ਹਾਂ ਜਾਣੋਗੇ, ਜੇ ਨਹੀਂ ਵਿਸ਼ਵਾਸੀ ਹੈਗੇ ਤਾਂ ਤੁਸੀਂ ਇਸ ਜ਼ਬੂਰ ਦੇ ਚਰਵਾਹੇ ਨੂੰ ਜਾਣੋ। So let's look at this psalm. Let's dig into it. ਦੇਖੀਏ ਇਸ ਜ਼ਬੂਰ ਨੂੰ। Have your Bibles open, ਆਪਣੀ ਬਾਈਬਲਾਂ ਖੋਲੋ and I'll draw out a number of points from Kuch- the psalm, from this particular passage. Sorry, ਇਹਨਾਂ ਆਇਤਾਂ not ਚ the ਅਸੀਂ psalm, ਕੁਝ the passage. ਲਫ਼ਜ਼ ਕੱਢਾਂਗੇ। And from this I am statement where Jesus says, I am the good shepherd. ਜਿੱਦ ਪ੍ਰਭੂ ਨੇ ਕਿਹਾ ਕਿ ਅੱਛਾ ਚਰਵਾਹਾ ਮੈਂ ਹਾਂ। The first point is this. ਪਹਿਲੀ ਗੱਲ ਇਹ ਆ Christ is not just the shepherd, but the good shepherd. ਪ੍ਰਭੂ ਯੀਸ਼ੂ ਮਸੀਹ ਇਕੱਲਾ ਚਰਵਾਹਾ ਨਹੀਂ ਹੈਗਾ ਬਲਕਿ ਅੱਛਾ ਚਰਵਾਹਾ ਹੈਗਾ। Now, last week we saw that in John chapter 9, Jesus heals a blind man. ਪਿਛਲੇ ਹਫ਼ਤੇ ਅਸੀਂ ਦੇਖਿਆ ਸੀਗਾ ਕਿ ਯੋਹੰਨਾ 9 ਦੇ ਵਿੱਚ ਕਿ ਪ੍ਰਭੂ ਯੀਸ਼ੂ ਮਸੀਹ ਨੇ ਅੰਨੇ ਨੂੰ ਚੰਗਾ ਕੀਤਾ। But we saw that the Pharisees, the Jewish leaders, were not happy with this and they opposed Jesus. ਫਰੀਸੀ ਜਿਹੜੇ ਧਰਮ ਦੇ ਠੇਕੇਦਾਰ ਸੀਗੇ ਉਹਨਾਂ ਨੂੰ ਚੰਗਾ ਨਹੀਂ ਲੱਗਿਆ, ਇਸ ਕਰਕੇ ਉਹਨਾਂ ਨੇ ਪ੍ਰਭੂ ਦਾ ਵਿਰੋਧ ਕੀਤਾ। They accused Jesus as not being from God. That's in chapter 9 and verse 16 of John.
9:16 'ਚੋਂ ਕੀ ਕਹਿੰਦੇ ਪ੍ਰਭੂ ਨੂੰ ਕਿ ਤੂੰ ਤੇ ਰੱਬ ਵੱਲੋਂ ਨਹੀਂ ਹੈਗਾ। And they accused him of being a sinner, verse 24. 24 'ਚ ਕੀ ਕਹਿੰਦੇ ਤੂੰ ਤਾਂ ਪਾਪੀ ਆ। So in John chapter 10, ਸੋ ਯੋਹੰਨਾ 10 ਦੇ ਵਿੱਚ Jesus describes what these Pharisees were like. ਪ੍ਰਭੂ ਦੱਸਦੇ ਆ ਕਿ ਫਰੀਸੀ ਜਿਹੜੇ ਹੈਗੇ ਆ ਇਹ ਕਿੱਦਾਂ ਦੇ ਲੋਕ ਆ। And he uses these two analogies of a door and a shepherd. ਪ੍ਰਭੂ ਦੱਸਦੇ ਆ ਦੋ ਤਰ੍ਹਾਂ ਦੇ ਉਦਾਹਰਣ ਦਿੰਦੇ ਹੈਗੇ ਆ, ਦਰਵਾਜ਼ੇ ਦਾ ਤੇ ਚਰਵਾਹੇ ਦਾ। Last week we looked at the door, this week we're looking at the shepherd. ਪਿਛਲੇ ਹਫ਼ਤੇ ਅਸੀਂ ਦੇਖਿਆ ਸੀਗਾ ਦਰਵਾਜ਼ਾ, ਇਸ ਹਫ਼ਤੇ ਦੇਖਾਂਗੇ ਚਰਵਾਹਾ। So Jesus says, ਪ੍ਰਭੂ ਨੇ ਕਿਹਾ verse 11, I am the good shepherd. ਅੱਛਾ ਚਰਵਾਹਾ ਮੈਂ ਹੂੰ। That word good ਇਹ ਜਿਹੜਾ ਲਫ਼ਜ਼ ਹੈਗਾ ਅੱਛਾ, in the Greek comes from the word kalos. ਯੂਨਾਨੀ ਭਾਸ਼ਾ ਵਿੱਚ ਇਹ ਆਉਂਦਾ ਕਿ ਕਾਲੋਸ ਲਫ਼ਜ਼ ਤੋਂ। There are a number of Greek words that are for the word good. ਬਹੁਤ ਸਾਰੇ ਯੂਨਾਨੀ ਲਫ਼ਜ਼ ਹੈਗੇ ਆ ਜਿਹੜੇ ਅੱਛੇ ਦੇ ਲਈ ਵਰਤੇ ਜਾਂਦੇ ਆ। But this specific one is chosen by Jesus himself ਇਹ ਪ੍ਰਭੂ ਯਿਸੂ ਮਸੀਹ ਨੇ ਲਫ਼ਜ਼ ਖੁਦ ਆਪ ਚੁਣੇ ਆ to describe himself. I am the good shepherd. ਆਪਣੇ ਆਪ ਦਾ ਬਿਆਨ ਕਰਨ ਦੇ ਲਈ ਪ੍ਰਭੂ ਨੇ ਕਿਹਾ ਅੱਛਾ ਚਰਵਾਹਾ ਮੈਂ ਹੂੰ। And what it means is, ਇਹਦਾ ਮਤਲਬ ਕੀ ਹੈਗਾ? it means beautiful, ਸੁੰਦਰ, lovely, ਸੋਹਣਾ, winsome, appealing, attractive. ਦੇਖਣ ਨੂੰ ਸੋਹਣਾ, ਅੱਖਾਂ ਨੂੰ ਸੁਹਾਣਾ ਲੱਗਦਾ, ਬਹੁਤ ਅੱਛਾ ਲੱਗਦਾ ਦੇਖਣ ਨੂੰ। It's actually possible to have a morally upright, good person ਮੁਮਕਿਨ ਹੈਗਾ ਕਿ ਇੱਕ ਆਦਮੀ ਹੋਵੇ ਕਿ ਬਹੁਤ ਸਿੱਧਾ ਸਾਦਾ ਹੋਵੇ, ਬਹੁਤ ਅੱਛਾ ਹੋਵੇ, ਆਪਣੇ ਕਾਇਦੇ ਕਾਨੂੰਨਾਂ ਦੇ ਅਨੁਸਾਰ ਚੱਲਣ ਵਾਲਾ ਹੋਵੇ, who may be good ਅੱਛਾ ਇਨਸਾਨ ਹੋਵੇ, and may not do anything wrong outwardly, ਕਦੇ ਕੁਝ ਗਲਤ ਕੰਮ ਨਹੀਂ ਕਰਦਾ ਬਾਹਰੋਂ ਦਿਖਾਵੇ but ਦਾ, they can be unlovely, they can be cold, they can be harsh, even repulsive. ਭਾਵੇਂ ਦੇਖਣ ਨੂੰ ਘਿਨਾਉਣਾ ਹੋਵੇ ਜਾਂ ਜਿੱਦਾਂ ਉਹਦੇ ਬਹੁਤ ਖਰਾਬ ਬੰਦਾ ਹੋਵੇ, ਜਿੱਦਾਂ ਦਾ ਮਰਜ਼ੀ ਹੋਵੇ। But the Pharisees, just like the Pharisees, ਫਰੀਸੀਆਂ ਵਾਂਗਰ Jesus was speaking against. ਪ੍ਰਭੂ ਜਿਨ੍ਹਾਂ ਦੇ ਬਾਰੇ ਗੱਲ ਕਰਦੇ ਆ, There is nothing attractive, beautiful, warm, winsome about them. ਫਰੀਸੀਆਂ ਦੇ ਬਾਰੇ ਕੋਈ ਵੀ ਚੰਗੀ ਗੱਲ ਨਹੀਂ ਹੈਗੀ ਜਿਹੜੀ ਦਿਲ ਨੂੰ ਲੱਗਦੀ ਹੋਵੇ ਜਾਂ ਲੋਕ ਦੇਖਣ ਨੂੰ ਸੋਹਣੇ ਲੱਗਦੇ ਹੋਣ ਜਾਂ ਉਹਨਾਂ ਦਾ ਕੋਈ ਸੁਭਾਅ ਅੱਛਾ ਹੋਵੇ। ਫਰੀਸੀਆਂ You ਦਾ can have a bridge that links up two islands, ਜਿਹੜਾ ਇੱਕ ਪੁਲ ਹੁੰਦਾ ਜਿਹੜੇ ਦੋ ਟਾਪੂਆਂ ਨੂੰ ਮਿਲਾਉਂਦਾ ਹੈਗਾ, and you look at it and it's a good ਤੇ bridge. ਦੇਖੋਗੇ ਕਹਿਣਾ ਕਿ ਪੁਲ ਕਿੰਨਾ ਸੋਹਣਾ ਹੈਗਾ। It does the job. It gets people and vehicles across from one side to the other. ਇਹ ਪੁਲ ਜਿਹੜਾ ਹੈਗਾ ਇਹ ਆਪਣਾ ਕੰਮ ਕਰਦਾ, ਇੱਕ ਪਾਸੇ ਦੂਸਰੇ ਪਾਸੇ ਲੋਕਾਂ ਨੂੰ ਗੱਡੀਆਂ ਨੂੰ ਲੈ ਕੇ ਜਾਂਦਾ। But that's very different ਇਹ ਫਰਕ ਹੈਗਾ from having a bridge that does the job but it's beautiful. ਪਰ ਕੋਈ ਵੀ ਪੁਲ ਹੁੰਦਾ ਜਿਹੜਾ ਕੰਮ ਤਾਂ ਕਰਦਾ ਪਰ ਜਿਹੜਾ ਦੇਖਣ ਨੂੰ ਬਹੁਤ ਸੋਹਣਾ ਵੀ ਲੱਗਦਾ ਹੈਗਾ। It's attractive. You admire it because of the beautiful architecture. ਤੁਸੀਂ ਦੂਰੋਂ ਖੜੇ ਹੋ ਕੇ ਦੇਖਦੇ ਆ ਕਹਿੰਦਾ ਕਿ ਕਿੰਨਾ ਸੋਹਣਾ ਪੁਲ ਹੈਗਾ, ਕਿੰਨਾ ਸੋਹਣਾ ਲੱਗਦਾ ਦੇਖਣ ਨੂੰ, ਬਹੁਤ ਖੂਬਸੂਰਤ ਹੈਗਾ ਬਣਾਇਆ। And the clever engineering design and the intricate patterns and the colors. ਕਿੰਨੇ ਸੋਹਣੇ ਤਰੀਕੇ ਦੇ ਨਾਲ, ਕਿੰਨੇ ਹੁਨਰ ਨਾਲ ਬਣਾਇਆ ਹੈਗਾ, ਕਿੰਨੇ ਸੋਹਣੇ ਰੰਗ ਭਰੇ ਹੈਗੇ ਬ੍ਰਿਜ ਦੇ ਵਿੱਚ, ਕਿੰਨੀ ਸੋਹਣੀ ਕਾਰਾਗਰੀ ਕੀਤੀ ਹੈਗੀ ਇਹਨੂੰ ਬਣਾਉਣ ਦੇ ਵਿੱਚ। Jesus is good. ਪ੍ਰਭੂ ਯਿਸੂ ਮਸੀਹ ਅੱਛੇ ਆ, Jesus is beautiful. ਪ੍ਰਭੂ ਯਿਸੂ ਮਸੀਹ ਸੁੰਦਰ ਆ। There's something appealing about him as the shepherd. ਚਰਵਾਹੇ ਵਾਂਗ ਪ੍ਰਭੂ ਦੇ ਵਿੱਚ ਇੱਕ ਮਨ ਭਾਉਣੀ ਸੁਹਾਵਣੀ ਗੱਲ ਹੈਗੀ ਆ। And as Christians, ਵਿਸ਼ਵਾਸੀ ਹੋ ਕੇ we are not just to be functional and good people, You but know- then we are cold and harsh. ਇਹ ਨਾ ਹੋਵੇ ਕਿ ਅਸੀਂ ਸਿਰਫ ਆਪਣਾ ਕੰਮ ਕਰਨ ਵਾਲੇ ਹੋਈਏ ਜਾਂ ਦੂਰੋਂ ਦੇਖਣ ਨੂੰ ਲੱਗਦੇ ਹੋਈਏ ਕਿ ਅਸੀਂ ਚੰਗੇ ਹੈਗੇ ਆ। We are to come across as being warm, ਅਸੀਂ ਨਿੱਘੇ ਹੋਈਏ, ਲੋਕਾਂ ਦੇ ਦਿਲਾਂ ਨੂੰ ਛੂਹਣ ਵਾਲੇ ਹੋਈਏ, attractive, beautiful. ਸੁੰਦਰ ਹੋਈਏ, ਸੁਹਾਣੇ ਹੋਈਏ। Something of the beauty of Christ should be seen in us. ਪ੍ਰਭੂ ਯਿਸੂ ਮਸੀਹ ਦੀ ਸੁੰਦਰਤਾ ਸਾਡੇ ਵਿੱਚ ਦਿਖਾਈ ਦੇਣੀ ਚਾਹੀਦੀ ਆ। Jesus is the beautiful good shepherd. ਪ੍ਰਭੂ ਯਿਸੂ ਮਸੀਹ ਸੁੰਦਰ, ਸੋਹਣਾ, ਅੱਛਾ ਚਰਵਾਹਾ ਹੈਗਾ। Secondly, ਦੂਸਰੀ ਗੱਲ, Christ as our shepherd cares for his sheep. ਪ੍ਰਭੂ ਯਿਸੂ ਮਸੀਹ ਸਾਡਾ ਚਰਵਾਹਾ ਹੋ ਕੇ ਉਹ ਆਪਣੀ ਭੇਡਾਂ ਦੀ ਫਿਕਰ ਕਰਦਾ, ਚਿੰਤਾ ਕਰਦਾ। Jesus in verse 12 and 13 12-13 ਆਇਤ ਦੇ ਵਿੱਚ ਪ੍ਰਭੂ ਯਿਸੂ ਮਸੀਹ makes a contrast ਇੱਕ ਤੁਲਨਾ ਕਰਦੇ ਆ between someone who is a hireling, so someone who's hired to look after the sheep, and someone who owns the sheep. ਉਹਦੇ ਵਿੱਚ ਇੱਕ ਜਿਹੜਾ ਭੇਡਾਂ ਦੀ ਰਖਵਾਲੀ ਕਰਨ ਦੇ ਲਈ ਕਿਰਾਏ ਤੇ ਕਾਮਾਂ ਲੈ ਗਿਆ ਹੁੰਦਾ
ਤੇ ਇੱਕ ਉਹ ਬੰਦਾ ਜਿਹਦੀਆਂ ਭੇਡਾਂ ਉਹਦੀ ਆਪਣੀਆਂ ਹੁੰਦੀਆਂ। These hirelings were bad shepherds. ਇਹ ਜਿਹੜੇ ਕਾਮੇ ਸੀਗੇ, ਜਿਹੜੇ ਕਿਰਾਏ ਤੇ ਲਏ ਜਾਂਦੇ ਸੀਗੇ, ਇਹ ਚੰਗੇ ਨਹੀਂ ਸੀਗੇ। And he was really talking about the Pharisees, criticizing them. ਪ੍ਰਭੂ ਗੱਲ ਕਰਦੇ ਕਹਿੰਦੀ ਫਰੀਸੀਆਂ ਦੀ ਕਿ ਲੋਕੀ ਜਿਹੜੇ ਹੈਗੇ ਆ ਇਹ ਕਾਮੇ ਆ, ਇਹ ਚੰਗੇ ਨਹੀਂ ਹੈਗੇ। So last week in chapter 10 and verse 8, he describes them as thieves and robbers because they were robbing God of the glory. ਪਿਛਲਾ of ਤੁਸੀਂ his ਦੇਖਿਆ glory. ਸੀਗਾ ਕਿ ਲੋਕੀ ਕਹਿੰਦਾ ਕਿ ਤੁਸੀਂ ਚੋਰ ਤੇ ਲੁਟੇਰੇ ਆ। ਕਿਉਂ? ਉਹ ਪਰਮੇਸ਼ਰ ਦੀ ਮਹਿਮਾ ਨੂੰ ਲੁੱਟ ਰਹੇ ਸੀਗੇ। They wanted praise for themselves. ਉਹ ਖੁਦ ਦੇ ਲਈ ਚਾਹੁੰਦੇ ਸੀਗੇ ਤਾਰੀਫ। And in verse 10 that they had come to steal, kill and destroy. 10 ਵਿੱਚ ਕਹਿੰਦਾ ਕਿ ਆਏ ਹੈਗੇ ਇਹ ਲੁੱਟਣ ਦੇ ਲਈ, ਚੋਰੀ ਕਰਨ ਦੇ ਲਈ। So this is what people are doing to the people. ਇਹੀ ਲੋਕਾਂ ਨੂੰ ਗੋਹੀ ਲੋਕੀ ਕਰ ਰਹੇ ਸੀਗੇ ਉਹਨਾਂ ਨੂੰ, ਲੋਕਾਂ ਨੂੰ Destroying them with wrong teaching. ਇਹ ਫਰੀਸੀ ਲੋਕਾਂ ਨੂੰ ਗਲਤ ਸਿੱਖਿਆ ਦੇ ਕੇ ਉਹਨਾਂ ਨੂੰ ਬਰਬਾਦ ਕਰ ਰਹੇ ਸੀਗੇ। But now Jesus is describing them like hirelings. ਹੁਣ ਪ੍ਰਭੂ ਕਹਿੰਦੇ ਆ ਉਹਦੇ ਬਾਰੇ ਕਿ ਜਿਹੜੇ ਹੈਗੇ ਆ ਇਹ ਕਿਰਾਏ ਤੇ ਭਾੜੇ ਤੇ ਲੈ ਗਏ ਹੈਗੇ ਆ, Bad shepherds. ਮਾੜੇ ਚਰਵਾਹੇ। And Jesus is really alluding to false shepherds described in the Old Testament in Ezekiel 34. ਇਜ਼ੀਕਲ 34 ਵਿੱਚ ਜਿਹੜੇ ਚਰਵਾਹੇ ਜਿਹੜੇ ਕਿਰਾਏ ਤੇ ਲੈ ਗਏ ਹੈਗੇ ਆ, ਜਿਹੜੇ ਕਿ ਮਾੜੇ ਹੈਗੇ, ਉਹਨਾਂ ਦੇ ਬਾਰੇ ਪ੍ਰਭੂ ਜ਼ਿਕਰ ਕਰ And in ਰਹੇ ਆ। Jeremiah chapter 23. ਜਰਮਾਇਆ 23 ਦੇ ਵਿੱਚ Here the leaders of Israel ਇੱਥੇ ਜਿਹੜੇ ਇਜ਼ਰਾਈਲ ਦੇ ਧਾਰਮਿਕ ਠੇਕੇਦਾਰ ਸੀਗੇ in the Old Testament taught false things. ਪੁਰਾਣੇ ਨਿਯਮ ਵਿੱਚ ਉਹ ਝੂਠੀਆਂ ਗੱਲਾਂ ਸਿਖਾਉਂਦੇ ਸੀਗੇ, And they behaved in the wrong way. ਗਲਤ ਤਰੀਕੇ ਦੇ ਨਾਲ ਸਲੂਕ ਕਰਦੇ ਸੀਗੇ। They were bad shepherds. They didn't care about the people. ਉਹ ਮਾੜੇ ਚਰਵਾਹੇ ਸੀਗੇ, ਉਹਨਾਂ ਨੂੰ ਲੋਕਾਂ ਦੀ ਪਰਵਾਹ ਨਹੀਂ ਸੀਗੀ। If you turn to Ezekiel 34, ਜੇ ਦੇਖੋ ਤੁਸੀਂ ਇਜ਼ੀਕੀਲ 34 the second part of third chapter 34, verse 2 says, "Woe to the shepherds of Israel who feed themselves. They should not the shepherds feed the flocks?" 34 चैप्टर दूसरी आयत, अफसोस उन चौराहों पर जो भेड़ों को नहीं चराते, गलत चराते हैं। Instead of feeding the flock and looking after the flock, they were just looking after themselves. ਬਜਾਏ ਇਸ ਦੇ ਕਿ ਭੇਡਾਂ ਨੂੰ ਖਾਣਾ ਖਿਲਾਉਂਦੇ, ਇਹ ਜਿਹੜੇ ਧਰਮ ਦੇ ਠੇਕੇਦਾਰ ਸੀਗੇ ਇਹ ਆਪਣਾ ਪੇਟ ਭਰਦੇ ਸੀਗੇ। God says in verse 4 there, ਚੌਥੀ ਆਇਤ ਪ੍ਰਭੂ ਕਹਿੰਦੇ ਆ, ਪਰਮੇਸ਼ਰ ਕਹਿੰਦੇ ਆ that they needed to strengthen the people and left them weak. ਚਾਹੀਦਾ ਤਾਂ ਹੈਗਾ ਸੀਗਾ ਉਹਨਾਂ ਨੂੰ ਕਿ ਲੋਕਾਂ ਨੂੰ ਤਾਲੀਮ ਦੇ ਕੇ ਤਕੜੇ ਕਰਦੇ, ਪਰ ਉਹਨਾਂ ਨੇ ਲੋਕਾਂ ਨੂੰ ਅੰਦਰੋਂ ਖਾਲੀ ਕਰਤਾ, ਉਹਨਾਂ ਨੂੰ ਕਮਜ਼ੋਰ ਕਰਕੇ ਰੱਖ ਦਿੱਤਾ। In verse 6, my sheep have scattered because of the bad shepherd. ਛੇਵੇਂ ਪ੍ਰਭੂ ਕਹਿੰਦੇ ਆ ਕਿ ਮੇਰੀਆਂ ਭੇਡਾਂ ਬਿਖਰ ਗਈਆਂ ਹੈਗੀਆਂ ਗਲਤ ਸਿੱਖਿਆ ਦੇ ਕਰਕੇ। This is what Jesus is saying. These false shepherds, the Pharisees, these religious leaders, ਪ੍ਰਭੂ ਹੀ ਕਹਿੰਦੇ ਕਿ ਫਰੀਸੀ, ਇਹ ਧਰਮ ਦੇ ਠੇਕੇਦਾਰ ਜਿਹਨਾਂ ਦਾ ਕੰਮ ਹੈਗਾ, ਇਹ ਲੋਕੀ, ਇਹ ਗਲਤ ਲੋਕੀ ਆ। were like these in the Old Testament. ਇਹ ਪੁਰਾਣੇ ਨੇਮ ਦੇ ਲੋਕਾਂ ਵਰਗੇ ਹੈਗੇ ਆ। They didn't care for the people. ਹੁਣ ਇਹਨਾਂ ਨੂੰ ਲੋਕਾਂ ਦੀ ਪਰਵਾਹ ਨਹੀਂ ਹੈਗੀ। They did not feed them with God's word, ਪਰਮੇਸ਼ਰ ਦੇ ਵਚਨ ਦੇ ਨਾਲ ਉਹ ਨਹੀਂ ਖਿਲਾਉਂਦੇ ਸੀ ਲੋਕਾਂ ਨੂੰ ਖਾਣਾ। but made their own man-made rules. This is what the Pharisees did. ਫਰੀਸੀ ਕਰਦੇ ਸੀਗੇ, ਉਹ ਆਪਣੇ ਕਾਇਦੇ ਕਾਨੂੰਨ ਬਣਾ ਕੇ ਰੱਖਦੇ ਸੀਗੇ। They didn't guide the sheep. They didn't love the sheep. They didn't care for the sheep. ਨਾ ਉਹਨਾਂ ਨੂੰ ਭੇਡਾਂ ਨਾਲ ਪਿਆਰ ਸੀਗਾ, ਨਾ ਉਹਨਾਂ ਨੂੰ ਚਿੰਤਾ ਸੀਗੀ, ਨਾ ਉਹਨਾਂ ਦੀ ਰਹਿਨਮਾਈ ਕਰਦੇ ਸੀਗੇ, ਉਹ ਆਪਣੀ ਮਰਜ਼ੀ ਕਰਦੇ ਸੀਗੇ। All they cared about was number one, themselves. ਉਹਨਾਂ ਨੂੰ ਕੀ ਸੀਗਾ, ਬਸ ਮੇਰੇ ਬਾਰੇ ਲੋਕੀ ਮੇਰੀ ਤਾਰੀਫ ਕਰਨ, ਮੇਰੇ ਬਾਰੇ ਲੋਕੀ ਗੱਲਾਂ ਕਰਨ। Turn back to John chapter 10 ਮੁੜ ਕੇ ਆਓ ਯੋਹੰਨਾ 10 ਵਿੱਚ and verse 12. 12 ਆਇਤ। He's saying these hirelings, ਇਹ ਜਿਹੜੇ ਮਜ਼ਦੂਰ ਹੈਗੇ ਆ, they don't own the sheep. ਭੇਡਾਂ ਉਹਨਾਂ ਦੀਆਂ ਨਹੀਂ ਹੈਗੀਆਂ। So when they see a wolf coming, ਸੋ ਜਦੋਂ ਦੇਖਦੇ ਆ ਕਿ ਬਗਿਆੜ ਆ ਗਿਆ, instead of protecting the sheep, they flee away. ਬਜਾਏ ਇਸ ਦੇ ਕਿ ਉਹਨਾਂ ਨੂੰ ਭੇਡਾਂ ਨੂੰ ਬਚਾਉਣ ਬਗਿਆੜ ਤੋਂ, ਉਹ ਆਪ ਦੌੜ ਜਾਂਦੇ ਹੈਗੇ ਆ। In Jesus' day, a shepherd's job was dangerous. ਪ੍ਰਭੂ ਦੇ ਦਿਨਾਂ ਵਿੱਚ ਚਰਵਾਹੇ ਦਾ ਕੰਮ ਬਹੁਤ ਖਤਰਨਾਕ ਸੀਗਾ। David talks about fighting with a bear and a lion. ਦਾਊਦ ਕੀ ਕਹਿੰਦਾ Protect his sheep as a shepherd boy. ਕਿ ਮੈਂ ਭਾਲੂ ਦੇ ਨਾਲ, ਮੈਂ ਰਸ਼ਤੀ ਦੇ ਨਾਲ ਮੈਂ ਲੜਿਆ ਹੈਗਾ ਭੇਡਾਂ ਨੂੰ ਬਚਾਉਣ ਦੇ ਲਈ, ਦਾਊਦ ਬਾਦਸ਼ਾਹ ਕਹਿੰਦਾ। But these shepherds, ਪਰ ਇਹ ਚਰਵਾਹੇ, they didn't care about the sheep. ਇਹਨਾਂ ਨੂੰ ਚਿੰਤਾ ਨਹੀਂ ਸੀ, ਪਰਵਾਹ ਨਹੀਂ ਸੀ ਭੇਡਾਂ ਦੀ। And they just couldn't care less that they scattered and when they were attacked. Verse उनको 13, परवाह नहीं सीगी। because they were hirelings. ਉਹਨਾਂ ਕੋਈ ਪਰਵਾਹ ਨਹੀਂ, ਕਿਉਂਕਿ ਕਾਮੇ ਸੀਗੇ, ਕਿਰਾਏ ਤੇ ਲੈ ਕੇ ਆਉਂਦੇ ਸੀਗੇ, ਉਹਨਾਂ ਨੂੰ ਪਰਵਾਹ ਨਹੀਂ ਸੀਗੀ ਕਿ ਭੇਡਾਂ ਬਿਖਰ ਗਈਆਂ, ਭੇਡਾਂ ਮਰ ਗਈਆਂ, ਕੋਈ ਪਰਵਾਹ ਨਹੀਂ ਸੀਗਾ, ਕੋਈ ਇਹਨਾਂ ਨੂੰ ਫਿਕਰ ਨਹੀਂ ਸੀਗਾ। When I was
13 years old, 13 to 16, I used to do a paper round. ਜਦੋਂ ਭਾਈ 13-14 ਸਾਲ ਦੇ ਸੀਗੇ ਤੇ ਇਹ ਪੇਪਰ ਰਾਉਂਡ ਕਰਦੇ ਸੀਗੇ, ਅਖਬਾਰਾਂ ਵਿੱਚ ਦਿੰਦੇ There ਸੀਗੇ ਘਰਾਂ was a ਵਿੱਚ। group of us young boys that used to work in the news agents, ਇਹ ਮੁੰਡੇ ਇਕੱਠੇ ਕੰਮ ਕਰਦੇ ਸੀਗੇ ਦੁਕਾਨ ਦੇ ਵਿੱਚ, and some of the boys would steal from the shop ਤੇ ਕਈ ਮੁੰਡਿਆਂ ਨੇ ਚੋਰੀ ਕਰਨੀ ਦੁਕਾਨ ਤੋਂ। when the shopkeeper went to the back. ਜਦੋਂ ਦੁਕਾਨਦਾਰ ਪਿੱਛੇ ਜਾਂਦਾ ਸੀਗਾ, There were no security cameras in those days, ਉਹਨਾਂ ਦਿਨਾਂ 'ਚ ਕੋਈ ਸਿਕਿਉਰਿਟੀ ਕੈਮਰਾ ਨਹੀਂ ਸੀਗੇ, but the shopkeeper, Mr. Perry, ਪਰ ਮਿਸਟਰ ਪੈਰੀ ਜਿਹੜਾ ਦੁਕਾਨਦਾਰ ਸੀਗਾ he knew this ਉਹਨੂੰ ਪਤਾ ਸੀਗਾ, because he'd put some chocolates out and then he'd go away and then suddenly it's like half the chocolates are gone. ਉਹਨੇ ਚੌਕਲੇਟਾਂ ਰੱਖਣੀਆਂ, ਜਦੋਂ ਉਹਨੇ ਪਿੱਛੇ ਜਾਣਾ ਮੁੜ ਕੇ, ਜਦੋਂ ਬਾਹਰ ਆਉਣਾ ਮੁੜ ਕੇ ਤਾਂ ਕਈ ਚੌਕਲੇਟਾਂ ਜਿਹੜੀਆਂ ਸੀਗੀਆਂ ਉਹ ਤਾਂ ਗੁੰਮ ਹੋ ਜਾਂਦੀਆਂ ਸੀਗੀਆਂ। But he didn't do anything about it, he just ignored it. ਉਹਨੇ ਕਦੇ ਕੁਛ ਨਹੀਂ ਕੀਤਾ, ਕੁਛ ਨਹੀਂ ਕੀਤਾ ਉਹਨੇ। Why is this? ਐਦਾਂ ਕਿਉਂ ਹੈਗਾ? It's because it wasn't his shop ਕਿਉਂਕਿ ਉਹਦੀ ਆਪਣੀ ਦੁਕਾਨ ਨਹੀਂ ਸੀਗੀ, and he worked for somebody else. ਉਹ ਕਿਸੇ ਹੋਰ ਦੇ ਲਈ ਕੰਮ ਕਰਦਾ ਸੀਗਾ, He was a hireling. ਉਹ ਤੇ ਕਿਰਾਏ ਤੇ ਲੈ ਕੇ ਆਉਂਦਾ ਸੀਗਾ। But if it was his shop, ਜੇ ਉਹਦੀ ਆਪਣੀ ਦੁਕਾਨ ਹੁੰਦੀ ਨਾ, he would have done something about it ਉਹਨੇ ਕੁਝ ਕਰਨਾ ਸੀਗਾ ਚੋਰੀ ਦੇ ਬਾਰੇ, because it would have been his money going down the drain. ਕਿਉਂਕਿ ਉਹਦੇ ਪੈਸੇ ਜਾਣੇ ਸੀਗੇ ਨਾ ਕਿ ਉਹਦੇ ਮਾਲਕ ਦੇ। Jesus is saying ਪ੍ਰਭੂ ਯਿਸੂ ਜੀ ਕਹਿੰਦੇ ਆ these Pharisees are like hirelings. ਇਹ ਫਰੀਸੀ ਜਿਹੜੇ ਹੈਗੇ ਆ ਇਹ ਕਾਮੇ ਆ, They don't care about the people. They're false shepherds. ਫਰੀਸੀਆਂ ਨੂੰ ਪਰਵਾਹ ਨਹੀਂ ਹੈਗੀ ਕਿਸੇ ਗੱਲ ਦੀ, ਇਹ ਕਿਰਾਏ ਤੇ ਲੈ ਕੇ ਆਉਂਦੇ ਹੈਗੇ ਕੰਮ ਕਰਨ ਦੇ ਲਈ। And there are false shepherds today. ਅੱਜ ਵੀ ਝੂਠੇ ਚਰਵਾਹੇ ਹੈਗੇ ਆ। False pastors. The word pastor means shepherd. ਪਾਸਵਾਨ ਦਾ ਮਤਲਬ ਹੈਗਾ ਚਰਵਾਹਾ। ਅੱਜ ਕੱਲ ਵੀ ਝੂਠੇ ਚਰਵਾਹੇ, ਝੂਠੇ ਪਾਸਵਾਨ ਹੈਗੇ ਆ। I call them SAP, self-appointed pastors. SAP ਖੁਦ ਹੀ ਆਪ ਉਹਨਾਂ ਨੇ ਇੰਨਾ ਬੁਲੰਦ ਕੀਤਾ ਆਪਣੇ ਆਪ ਨੂੰ ਕਿ ਖੁਦ ਕਹਿੰਦੇ ਕਿ ਅਸੀਂ ਪਾਸਵਾਨ ਬਣ ਗਏ ਆਪ ਹੀ। They've never been part of a church. They've never been tested in the church. ਉਹ ਕਦੇ ਮੰਡਲੀ ਦਾ ਹਿੱਸਾ ਨਹੀਂ ਰਹੇ ਹੈਗੇ, ਕਦੇ ਉਹ ਅਜ਼ਮਾਏ ਨਹੀਂ ਗਏ, ਕਦੇ ਪਰਖੇ ਨਹੀਂ ਗਏ ਹੈਗੇ। Their character has not been tested in the church. ਉਹਨਾਂ ਦਾ ਸੁਭਾਅ ਨਹੀਂ ਪਰਖਿਆ ਗਿਆ ਹੈਗਾ ਮੰਡਲੀ ਦੇ ਵਿੱਚ ਰਹਿ ਕੇ। Their lives do not match up to what it requires in Titus and Timothy for elders and pastors. ਪ੍ਰਭੂ ਦੇ ਵਚਨ ਦੇ ਅਨੁਸਾਰ ਜੋ ਤੀਤੁਸ ਵਿੱਚ ਤਿਮੋਥੀ ਵਿੱਚ ਜੋ ਲਿਖਿਆ ਹੈਗਾ ਕਿ ਇੱਕ ਪਾਸਵਾਨ ਦੀ ਜ਼ਿੰਦਗੀ ਕਿੱਦਾਂ ਦੀ ਹੋਣੀ ਚਾਹੀਦੀ ਅਗੁਵੇ ਦੀ, ਉਹਨਾਂ ਦੀ ਜ਼ਿੰਦਗੀ ਨਹੀਂ ਪਰਖੀ ਗਈ ਹੈਗੀ ਉਹਨਾਂ ਲਿਖਤਾਂ ਦੇ ਅਨੁਸਾਰ। And they just appoint themselves. ਉਹ ਆ ਕਹਿੰਦੇ ਕਿ ਮੈਂ ਪਾਸਵਾਨ ਬਣ ਗਿਆ Oh, ਜੀ, God's given me a ministry. ਮੈਂ ਜੀ ਸੇਵਾਦਾਰ ਬਣ ਗਿਆ ਬਸ ਪ੍ਰਭੂ ਦਾ। God's called me to be a pastor. ਪ੍ਰਭੂ ਨੇ ਮੈਨੂੰ ਕਿਹਾ ਹੈਗਾ ਕਿ ਤੂੰ ਹੁਣ ਜਾ ਕੇ ਮੇਰੀ ਸੇਵਾ ਕਰ। And they've never been set aside by the church. ਕਦੇ ਮੰਡਲੀ ਨੇ ਉਹਨਾਂ ਨੂੰ ਅਲੱਗ ਨਹੀਂ ਕੀਤਾ ਹੈਗਾ ਪ੍ਰਭੂ ਦੀ ਸੇਵਾ ਦੇ ਲਈ, And their calling confirmed. ਕਦੇ ਉਹਨਾਂ ਨੂੰ ਕੋਈ ਸੱਦਾ ਨਹੀਂ ਆਇਆ ਹੈਗਾ ਪ੍ਰਭੂ ਦੇ ਕੋਲੋਂ। Why do they do this? ਉਹ ਕਿਉਂ ਕਰਦੇ ਏਦਾਂ? It's because they are false sheep. ਇਸ ਕਰਕੇ ਝੂਠੀਆਂ ਭੇਡਾਂ ਹੈਗੀਆਂ ਉਹ। They are in it for themselves. ਉਹ ਆਪਣੇ ਆਪ ਦੇ ਫਾਇਦੇ ਦੇ ਲਈ ਕਰਦੇ ਹੈਗੇ ਆ, Their status, ਆਪਣੇ ਰੁਤਬੇ ਦੇ ਲਈ, for their reputations, ਆਪਣੇ ਨਾਮ ਦੇ ਲਈ, ਆਪਣੇ to ਇੱਜ਼ਤ want ਦੇ to be ਲਈ। seen, to want to be heard, to want to be known, Loki- like the Pharisees. ਲੋਕੀ ਮੈਨੂੰ ਦੇਖਣ, ਲੋਕੀ ਮੇਰੀ ਸੁਣਨ, ਲੋਕੀ ਮੇਰੀ ਇੱਜ਼ਤ ਕਰਨ, ਜਿੱਦਾਂ ਫਰੀਸੀ ਸੀਗੇ ਨਾ ਬਿਲਕੁਲ ਉਹੀ ਕਰਦੇ ਆ। God says in Ezekiel, ਪਰਮੇਸ਼ਰ ਨੇ ਕਿਹਾ ਇਜ਼ਕੀਲ ਦੇ ਵਿੱਚ, chapter 34 and verse 11, ਇਜ਼ਕੀਲ 34:11 ਵਿੱਚ, I myself ਮੈਂ ਖੁਦ ਆਪ, will search for the sheep. ਮੈਂ ਖੁਦ ਆਪ ਭੇਡਾਂ ਨੂੰ ਲੱਭੂੰਗਾ। And he says in verse 14, I will feed them. 14 ਕੀ ਕਹਿੰਦਾ ਕਿ ਪ੍ਰਭੂ ਕਹਿੰਦਾ ਕਿ ਮੈਂ ਆਪ ਖੁਦ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਖਿਲਾਊਂਗਾ। Psalm 23 says that, it says the Lord is my shepherd. ਜ਼ਬੂਰ 23 ਕੀ ਲਿਖਿਆ? ਯਹੋਵਾ ਚਰਵਾਹਾ ਮੇਰਾ। God is the real shepherd. ਯਹੋਵਾ ਖੁਦ ਆਪ ਸਾਡਾ ਚਰਵਾਹਾ ਹੈਗਾ। And now Jesus comes along ਹੁਣ ਪ੍ਰਭੂ ਯਿਸੂ ਮਸੀਹ ਆਉਂਦੇ ਆ, and he says, I am the good shepherd. ਪ੍ਰਭੂ ਕਹਿੰਦੇ ਆ ਅੱਛਾ ਚਰਵਾਹਾ ਮੈਂ ਹੂੰ, I am God. ਮੈਂ ਪਰਮੇਸ਼ਵਰ ਹੈਗਾ। I am Yahweh of the Old Testament who said, I will be your shepherd. ਮੈਂ ਪੁਰਾਣੇ ਨੇਮ ਦਾ ਯਾਹਵਾ ਹੈਗਾ ਜਿਹੜਾ ਕਹਿੰਦਾ ਕਿ ਮੈਂ ਤੁਹਾਡਾ ਚਰਵਾਹਾ ਹੋਊਂਗਾ। I am the shepherd of Psalm 23 and Ezekiel 34. ਪ੍ਰਭੂ ਯਿਸੂ ਜੀ ਕਹਿੰਦੇ ਕਿ ਜ਼ਬੂਰ 23 ਦਾ, ਇਜ਼ੀਕੀਲ 34 ਦਾ ਜਿਹੜਾ ਚਰਵਾਹਾ ਹੈਗਾ ਉਹ ਮੈਂ ਹੈਗਾ। I am not a hireling. ਪ੍ਰਭੂ ਕਹਿੰਦੇ ਕਿ ਮੈਂ ਕਾਮਾ ਨਹੀਂ ਹੈਗਾ। I am the good shepherd, verse 11, who gives his life, good shepherd who gives his life for the sheep. 11 ਚ ਪ੍ਰਭੂ ਕਹਿੰਦੇ ਕਿ ਅੱਛਾ ਚਰਵਾਹਾ ਮੈਂ ਹੈਗਾ ਜਿਹੜਾ ਕਿ
ਆਪਣੀਆਂ ਭੇਡਾਂ ਦੇ ਲਈ ਆਪਣੀ ਜਾਨ ਦਿੰਦਾ। I don't run away ਮੈਂ ਦੌੜ ਨਹੀਂ ਜਾਂਦਾ। from the wolves. ਜਦੋਂ ਵਿਗਾੜ ਆ ਗਿਆ ਮੈਂ ਦੌੜ ਨਹੀਂ ਜਾਂਦਾ। I care for my sheep. ਮੈਨੂੰ ਆਪਣੀ ਭੇਡਾਂ ਦੀ ਪਰਵਾਹ ਹੈ, ਚਿੰਤਾ ਆ। What a comfort ਕਿੰਨੀ ਆਰਾਮਦੇਹ ਗੱਲ ਹੈਗੀ ਆ for God's people to know this. ਪਰਮੇਸ਼ਰ ਦੇ ਲੋਕੀ ਜਾਣਨ That we as his sheep have a shepherd who cares for us. ਅਸੀਂ ਉਹਦੀਆਂ ਭੇਡਾਂ ਹੋ ਕੇ ਸਾਡੇ ਕੋਲ ਇੱਕ ਐਸਾ ਚਰਵਾਹਾ ਹੈਗਾ ਜਿਹਨੂੰ ਸਾਡੀ ਚਿੰਤਾ, ਜਿਹਨੂੰ ਸਾਡਾ ਫਿਕਰ ਹੈਗਾ। Many people are suffering at the moment, ਅੱਜ ਬਹੁਤ ਸਾਰੇ ਲੋਕੀ ਦੁੱਖ ਉਠਾ ਰਹੇ ਹੈਗੇ ਆ, either because of the pandemic or for other reasons. I've never known a year when so many people have died and so many people have been ill. ਜਿਹੜੀ ਮਹਾਮਾਰੀ ਚੱਲ ਰਹੀ ਹੈਗੀ ਆ, ਅਸੀਂ ਕਦੇ ਨਹੀਂ ਦੇਖਿਆ ਐਸਾ ਸਾਲ ਜਿੱਥੇ ਕਿ ਇੰਨੇ ਸਾਰੇ ਲੋਕੀ ਮਰੇ ਹੋਣ ਇੱਕ ਸਾਲ ਦੇ ਵਿੱਚ। Isn't it reassuring ਕਿੰਨੀ ਤਸੱਲੀ ਵਾਲੀ ਗੱਲ ਹੈਗੀ ਆ to know this morning that if you're a believer, Christ is your shepherd ਅੱਜ ਸਵੇਰੇ who ਜਾਣਨਾ cares for you ਕਿ and loves you. ਜੇ ਤੁਸੀਂ ਵਿਸ਼ਵਾਸੀ ਹੈਗੇ ਆ, ਪ੍ਰਭੂ ਯੀਸ਼ੂ ਮਸੀਹ ਤੁਹਾਡਾ ਚਰਵਾਹਾ ਹੈਗਾ, ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਪਿਆਰ ਕਰਦਾ, ਪ੍ਰਭੂ ਯੀਸ਼ੂ ਮਸੀਹ ਤੁਹਾਡੀ ਹਿਫਾਜ਼ਤ ਕਰਦਾ। I was speaking to Satnam earlier on in this week. Satnam is a member of a church and he contracted COVID. ਇਸ ਹਫਤੇ ਭਾਈ ਸਤਨਾਮ ਨਾਲ ਗੱਲ ਕਰਦੇ ਸੀ ਕਿ ਸਤਨਾਮ ਇਸ ਮੰਡਲੀ ਦਾ ਭਰਾ ਹੈਗਾ ਜਿਹਨੂੰ ਇਹ ਕੋਵਿਡ ਹੋ ਗਿਆ ਸੀਗਾ, ਉਹਦੇ ਨਾਲ ਭਾਈ ਗੱਲ ਕਰ ਰਹੇ He ਸੀਗੇ। was hospitalized and had to have oxygen. ਹਸਪੀਟਲ ਸਤਨਾਮ ਰਹਿ ਕੇ ਆਇਆ, ਉਹਨੂੰ ਆਕਸੀਜਨ ਲਾਉਣਾ ਪਿਆ ਸੀਗਾ। But thank God he's back home. ਪਰ ਪਰਮੇਸ਼ਰ ਦਾ ਧੰਨਵਾਦ ਹੋਵੇ ਕਿ ਸਾਡਾ ਭਰਾ ਮੁੜ ਕੇ ਘਰ ਆ ਗਿਆ ਜਲਦੀ। And, still very weak, but we thank God that he's back home. ਕਮਜ਼ੋਰ ਹੈਗਾ, ਪਰ ਪ੍ਰਭੂ ਦਾ ਧੰਨਵਾਦ ਹੋਵੇ ਕਿ ਪ੍ਰਭੂ ਨੇ ਸਾਡੇ ਭਰਾ ਨੂੰ ਸ਼ਿਫਾ ਦਿੱਤੀ ਹੈ। And when I spoke to him, ਜਦੋਂ ਮੈਂ ਉਹਦੇ ਨਾਲ ਗੱਲ ਕੀਤੀ, ਭਾਈ ਕਹਿੰਦੇ he said, you know, I felt as if all my strength and energy and my life had been sucked out of me. ਉਹ ਕਹਿੰਦੇ ਕਿ ਮੈਨੂੰ ਮਹਿਸੂਸ ਹੋਇਆ ਕਿ ਇਸ ਬਿਮਾਰੀ ਕਰਕੇ ਮੇਰੇ ਅੰਦਰੋਂ ਮੇਰੀ ਸੱਤਿਆ, ਮੇਰੀ ਤਾਕਤ, ਮੇਰਾ ਸਾਰਾ ਜ਼ੋਰ ਖਿੱਚ ਕੇ ਬਾਹਰ ਆ ਗਿਆ। But then he said, I know. ਫਿਰ ਉਹਨੇ ਕਿਹਾ ਕਿ ਮੈਨੂੰ ਪਤਾ, I know people were praying for ਮੈਨੂੰ ਪਤਾ ਕਿ ਮੇਰੇ ਲਈ ਮੰਡਲੀ ਭਰਾ ਭੈਣ ਪ੍ਰਾਰਥਨਾ ਕਰ ਰਹੇ ਸੀਗੇ। and I know the Lord was with me. ਮੈਨੂੰ ਪਤਾ ਕਹਿੰਦਾ ਕਿ ਪਰਮੇਸ਼ਵਰ ਮੇਰੇ ਨਾਲ ਸੀਗਾ। Whatever we go through, ਜੋ ਮਰਜ਼ੀ ਸਾਡੇ ਤੇ ਬੀਤੇ, isn't it reassuring to know that God is with us? The shepherd cares for us. ਕਿੰਨੀ ਤਸੱਲੀ ਵਾਲੀ ਗੱਲ ਹੈਗੀ ਆ ਕਿ ਚਰਵਾਹਾ ਸਾਡਾ ਪ੍ਰਭੂ ਯੀਸ਼ੂ ਮਸੀਹ ਸਾਡੇ ਨਾਲ ਹੈਗਾ ਹਮੇਸ਼ਾ। Thirdly, ਤੀਸਰੀ ਗੱਲ, Christ, our good shepherd, ਪ੍ਰਭੂ ਯੀਸ਼ੂ ਮਸੀਹ ਸਾਡਾ ਅੱਛਾ ਚਰਵਾਹਾ, lays down his life for his sheep. ਉਹਨੇ ਆਪਣੀ ਜਾਨ ਨਿਛਾਵਰ ਕਰ ਦਿੱਤੀ ਆਪਣੀ ਭੇਡਾਂ ਦੀ ਖਾਤਰ। When sheep were exposed to danger, ਭੇਡਾਂ ਉੱਤੇ ਜਦੋਂ ਕੋਈ ਖਤਰਾ ਆਉਂਦਾ, we've seen that sometimes the shepherd would have to defend the sheep. ਫਿਰ ਚਰਵਾਹੇ ਨੂੰ ਭੇਡਾਂ ਬਚਾਉਣੀਆਂ ਪੈਂਦੀਆਂ। But it was never his motive to die. ਬਸ ਉਹ ਚਰਵਾਹੇ ਦਾ ਇਹ ਨਹੀਂ ਮਕਸਦ ਹੁੰਦਾ ਕਿ ਮੈਂ ਭੇਡਾਂ ਨੂੰ ਬਚਾਉਂਦਾ ਖੁਦ ਆਪ ਮਰ ਜਾਵਾਂ। He wanted to protect them, but he wanted to survive. ਚਾਹੁੰਦਾ ਚਰਵਾਹਾ ਕਿ ਮੈਂ ਭੇਡਾਂ ਨੂੰ ਬਚਾਵਾਂ, ਪਰ ਉਹ ਚਾਹੁੰਦਾ ਕਿ ਮੈਂ ਆਪਣੇ ਆਪ ਨੂੰ ਵੀ ਬਚਾਵਾਂ, ਵੀ ਮੈਂ ਨਾ ਕਿਤੇ ਮਰ ਜਾਵਾਂ ਇਹਨਾਂ ਨੂੰ ਬਚਾਉਂਦਾ। But sadly, sometimes ਪਰ ਦੁੱਖ ਦੀ ਗੱਲ ਹੈ ਕਈ ਦਫਾ good shepherds would miscalculate things and accidentally would sadly lose their lives. ਕਈ ਦਫਾ ਅੱਛੇ ਚਰਵਾਹੇ ਵੀ ਕਈ ਦਫਾ ਗਲਤ ਅੰਦਾਜ਼ਾ ਲਗਾ ਕੇ ਉਹਨਾਂ ਕੋਲ ਕੁਝ ਹੋ ਜਾਂਦਾ ਸੀਗਾ ਔਰ ਉਹ ਮਰ ਜਾਂਦੇ ਸੀਗੇ ਭੇਡਾਂ ਨੂੰ ਬਚਾਉਂਦੇ। But this was never their goal. ਉਹ ਕਦੇ ਉਹਨਾਂ ਦਾ ਨਿਸ਼ਾਨਾ ਨਹੀਂ ਹੁੰਦਾ ਸੀਗਾ ਕਿ ਅਸੀਂ ਮਰ ਜਾਈਏ। Jesus' attitude is very different. ਇੱਥੇ ਪ੍ਰਭੂ ਯੀਸ਼ੂ ਮਸੀਹ ਦਾ ਸੁਭਾਅ ਬਹੁਤ ਫਰਕ ਹੈਗਾ। He deliberately and actively put death at the forefront. ਪ੍ਰਭੂ ਯੀਸ਼ੂ ਮਸੀਹ ਨੇ ਜਾਣ ਬੁੱਝ ਕੇ ਜਾਣਦੇ ਹੋਏ ਮੌਤ ਨੂੰ ਆਪਣੇ ਤੋਂ ਮੋਹਰੇ ਰੱਖਿਆ, ਪਹਿਲਾਂ ਰੱਖਿਆ। His intention in coming as the shepherd was to actually die for the sheep. ਪ੍ਰਭੂ ਯੀਸ਼ੂ ਮਸੀਹ ਦਾ ਇਰਾਦਾ ਇਹੀ ਸੀਗਾ ਆਉਣ ਦਾ ਕਿ ਆ ਕੇ ਭੇਡਾਂ ਦੇ ਲਈ ਪ੍ਰਭੂ ਯੀਸ਼ੂ ਮਸੀਹ ਆਪਣੀ ਜਾਨ ਦੇ ਦੇਵੇ। 4 times in this short passage, ਇਹਨਾਂ ਥੋੜ੍ਹੀਆਂ ਆਇਤਾਂ ਵਿੱਚ ਹੀ 4 ਦਫਾ it says that he gives his life or lays down his life for the sheep. ਲਿਖਿਆ ਕਿ ਪ੍ਰਭੂ ਯੀਸ਼ੂ ਮਸੀਹ ਆਪਣੀ ਭੇਡਾਂ ਦੇ ਲਈ ਆਪਣੀ ਜਾਨ ਦਿੰਦਾ। In verse 12, 12 ਆਇਤ ਵਿੱਚ verse 11, 11 ਤੇ ਸੌਰੀ, it says, I am the good shepherd. The good shepherd gives his life for the sheep. ਅੱਛਾ ਚਰਵਾਹਾ ਮੈਂ ਹੂੰ, ਅੱਛਾ ਚਰਵਾਹਾ
भेड़ों के लिए अपनी जान देता है। In verse 15 at the end it says, and 15 I आयत। lay down my life for the sheep. 15 आयत, और मैं भेड़ों के लिए अपनी जान देता हूँ। He says the same thing again in verse 15. 15 आयत ਵਿੱਚ, Sorry, verse 17. 17 ਆयਤ ਵਿੱਚ And then again in verse 18. ਤੇ 18 ਆਇਤ ਵਿੱਚ। Why is his death so important? ਕਿਉਂ ਇਸ ਚਰਵਾਹੇ ਦੀ ਮੌਤ, ਕਿਉਂ ਪ੍ਰਭੂ ਯੀਸ਼ੂ ਮਸੀਹ ਦੀ ਮੌਤ ਇੰਨੀ ਜ਼ਰੂਰੀ ਹੈਗੀ ਆ? It's because in Isaiah it says, we like sheep have gone astray. ਯਸ਼ਾਇਆ ਵਿੱਚ ਲਿਖਿਆ ਕਿ ਅਸੀਂ ਸਭ ਭੇਡਾਂ ਵਾਂਗਰ ਅਸੀਂ ਭਟਕ ਗਏ ਆ। Sheep were dumb animals. ਭੇਡਾਂ ਜਿਹੜੀਆਂ ਹੈਗੀਆਂ ਉਹ ਬੇਵਕੂਫ ਜਾਨਵਰ They ਹੈਗੀਆਂ ਹੁੰਦੀਆਂ, wander. ਉਹ ਭਟਕ ਜਾਂਦੀਆਂ, They get into danger. ਉਹ ਖਤਰੇ ਵਿੱਚ ਪੈ ਜਾਂਦੀਆਂ। If one wanders and falls off the cliff, others will follow. They're so stupid. ਇੱਕ ਭੇਡ ਜੇ ਡਿੱਗ ਜਾਂਦੀ ਹੈਗੀ ਪਹਾੜੀ ਤੋਂ, ਦੂਸਰੀਆਂ ਭੇਡਾਂ ਵੀ ਇੰਨੀਆਂ ਬੇਵਕੂਫ ਹੈਗੀਆਂ, ਉਹਦੇ ਮਗਰ ਲੱਗ ਕੇ ਉਹ ਵੀ ਡਿੱਗ ਜਾਂਦੀਆਂ। You can't train sheep like you can train a dog. ਜਦੋਂ ਕੁੱਤੇ ਨੂੰ ਅਸੀਂ ਸਿਖਾਲਦੇ ਆ, ਤੁਸੀਂ ਭੇਡਾਂ ਨੂੰ ਸਿਖਾਲ ਨਹੀਂ ਸਕਦੇ ਕੁਛ ਵੀ। You train a dog to fetch the stick or the ball. ਕੁੱਤੇ ਨੂੰ ਤੁਸੀਂ ਸਿਖਾਲਦੇ ਕਿ ਜਾ ਕੇ ਸੋਟੀ ਲੈ ਕੇ ਆ, ਜਾ ਕੇ ਬੋਲ ਲੈ ਕੇ ਆ, But you ਤੇ ਕੁੱਤਾ ਦੌੜ ਕੇ ਲੈ ਕੇ ਆਉਂਦਾ। Can't train sheep to escape from predators. ਤੁਸੀਂ ਭੇਡਾਂ ਨੂੰ ਨਹੀਂ ਸਿਖਾ ਸਕਦੇ ਹੈਗੇ ਕਿ ਖਤਰੇ ਤੋਂ ਬਚ ਕੇ ਦੌੜ ਜਾਓ। They don't have claws. They don't have strong teeth to fight, to your jaws. ਭੇਡਾਂ ਦੇ ਜਵਾੜੇ ਇੰਨੇ ਤਕੜੇ ਨਹੀਂ ਹੁੰਦੇ ਹੈਗੇ, ਨਾ ਦੰਦ ਵੱਡੇ ਹੁੰਦੇ ਆ, ਨਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿੱਦਾਂ ਬਚਣਾ। We are the same. ਅਸੀਂ ਵੀ ਇਦਾਂ ਹੀ ਆ। We cannot be trained to overcome our sin. ਸਾਨੂੰ ਵੀ ਸਿਖਾਇਆ ਨਹੀਂ ਜਾ ਸਕਦਾ ਕਿ ਅਸੀਂ ਆਪਣੇ ਪਾਪਾਂ ਉੱਤੇ ਕਿੱਦਾਂ ਜਿੱਤ ਪਾ ਸਕਦੇ ਹਾਂ। We were addicted to our sin. ਅਸੀਂ ਆਪਣੇ ਪਾਪਾਂ ਦੇ ਗੁਲਾਮ ਸੀਗੇ, We ਆਦੀ cannot ਸੀਗੇ। be set free from our sin. We cannot be forgiven of our sin. ਅਸੀਂ ਆਪਣੇ ਪਾਪਾਂ ਦੇ ਵਿੱਚ ਇੰਨੇ ਗੁੱਝੇ ਸੀਗੇ ਕਿ ਅਸੀਂ ਆਪਣੇ ਪਾਪਾਂ ਤੋਂ ਕਦੇ ਆਜ਼ਾਦ, ਕਦੇ ਮੁਆਫੀ ਪਾ ਨਹੀਂ ਸਕਦੇ ਸੀਗੇ। Our enemy is too powerful. ਸਾਡਾ ਦੁਸ਼ਮਣ ਬਹੁਤ ਤਕੜਾ ਹੈਗਾ। We're stupid. We're dumb. ਅਸੀਂ ਬੇਵਕੂਫ ਹੈਗੇ ਆ, We follow the crowd. ਅਸੀਂ ਭੀੜ ਦੇ ਮਗਰ ਜਾਂਦੇ ਆ, We're in danger of attack from Satan. ਅਸੀਂ ਖਤਰੇ ਵਿੱਚ ਹੈਗੇ ਸ਼ੈਤਾਨ ਤੋਂ। ਸ਼ੈਤਾਨ ਕਦੇ ਵੀ ਹਮਲਾ ਕਰ ਸਕਦਾ ਸਾਡੇ We ਉੱਤੇ। like sheep are defenseless. ਅਸੀਂ ਕੁਝ ਨਹੀਂ ਕਰ ਸਕਦੇ, ਅਸੀਂ ਬਿਲਕੁਲ ਨਤਾਨੇ ਹੈਗੇ ਆ। We cannot save ourselves. We go astray. ਅਸੀਂ ਨਹੀਂ ਬਚਾ ਸਕਦੇ ਆਪਣੇ ਆਪ ਨੂੰ, ਅਸੀਂ ਭਟਕ ਜਾਂਦੇ ਆ, ਅਸੀਂ ਗੁੰਮਰਾਹ ਹੋ ਜਾਂਦੇ ਆ। What we need is a shepherd ਸਾਨੂੰ ਕੀ ਚਾਹੀਦਾ? ਸਾਨੂੰ ਲੋੜ ਹੈਗੀ ਆ ਇੱਕ ਚਰਵਾਹੇ ਦੀ, to deal with our sin. ਉਹ ਚਰਵਾਹਾ ਜਿਹੜਾ ਸਾਡੇ ਪਾਪ ਦਾ ਨਿਬੇੜਾ ਕਰੇ। Jesus says, ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, I am the good shepherd ਅੱਛਾ ਚਰਵਾਹਾ ਮੈਂ ਹੂੰ, who lays down his life for the sheep. ਜਿਹੜਾ ਆਪਣੀ ਜਾਨ ਆਪਣੀ ਭੇਡਾਂ ਦੇ ਲਈ ਵਿਛਾਉਂਦਾ ਹੈਗਾ। I have come primarily to die for my sheep ਮੈਂ ਆਇਆ ਹੈਗਾ, ਪ੍ਰਭੂ ਕਹਿੰਦੇ, ਭੇਡਾਂ ਦੇ ਲਈ ਮਰਨ ਦੇ ਲਈ ਸਭ ਤੋਂ ਪਹਿਲਾਂ, in order to protect them and free them from the punishment of their sin. ਤਾਂ ਕਿ ਭੇਡਾਂ ਦੀ ਹਿਫਾਜ਼ਤ ਕਰਾਂ, ਉਹਨਾਂ ਨੂੰ ਉਹਨਾਂ ਦੀ ਮੌਤ ਤੋਂ ਬਚਾ ਕੇ ਰੱਖਾਂ। To die for them on the cross so they can be forgiven. ਆਪਣੀ ਭੇਡਾਂ ਦੇ ਲਈ ਮੈਂ ਸਲੀਬ ਤੇ ਆਇਆ, ਮਰਨ ਦੇ ਲਈ, ਤਾਂ ਕਿ ਉਹ ਮਾਫ ਕੀਤੇ ਜਾ ਸਕਣ। Look at verse 17. 17 ਆਇਤ Therefore my ਦੇਖੋ। Father loves me because I lay down my life that I may take it again. 17 आयत में की लिखेगा, बाप मुझे इसलिए मोहब्बत रखता है कि मैं अपनी जान देता हूं ताकि उसे फिर ले लूं। This is not saying that the father loves the son only because he lays down his life for the sheep. इस करके पिता ने पुत्र ਨੂੰ ਪਿਆਰ ਨਹੀਂ ਕੀਤਾ ਕੱਲਾ ਕਿ ਪੁੱਤਰ ਆਪਣੀ ਜਾਨ ਭੇਡਾਂ ਦੇ ਲਈ ਲੈ ਲਵੇ। God loves Jesus anyway. ਪਰਮੇਸ਼ਰ ਵੈਸੇ ਵੀ ਪਿਆਰ ਕਰਦਾ ਪੁੱਤਰ ਨੂੰ। But what this is saying is ਇੱਥੇ ਕੀ ਮਤਲਬ ਹੈਗਾ? that Jesus' death is an expression of the father's love for the sheep as well as Christ's love. ਪ੍ਰਭੂ ਯੀਸ਼ੂ ਮਸੀਹ ਆਪਣੀ ਭੇਡਾਂ ਦੇ ਮਰਨ ਦੇ ਲਈ ਉਹੀ ਪਿਆਰ ਦਾ ਇਜ਼ਹਾਰ ਹੈਗਾ ਪਿਤਾ ਦਾ, ਕਿ ਪਿਤਾ ਵੀ ਉਨਾ ਹੀ ਪਿਆਰ ਕਰਦਾ ਆਪਣੀ ਭੇਡਾਂ ਦੇ ਲਈ ਜਿੰਨਾ ਪਿਆਰ ਪੁੱਤਰ ਪ੍ਰਭੂ ਯੀਸ਼ੂ ਮਸੀਹ ਕਰਦਾ ਆਪਣੀ ਭੇਡਾਂ ਦੇ ਲਈ। Jesus' death is an expression of the father and the son's love for his sheep. ਪ੍ਰਭੂ ਯੀਸ਼ੂ ਮਸੀਹ ਦਾ ਪਿਆਰ ਭੇਡਾਂ ਦੇ ਲਈ ਇੱਕ ਨੁਮਾਇੰਦਾ ਹੈਗਾ, ਨੁਮਾਇਸ਼ ਹੈਗੀ ਆ ਉਹਦੇ ਪਿਆਰ ਦੀ ਔਰ ਪਿਤਾ ਦੇ ਪਿਆਰ ਦੀ ਆਪਣੀ ਭੇਡਾਂ ਦੇ ਲਈ। And Jesus as the good shepherd ਔਰ ਪ੍ਰਭੂ ਯੀਸ਼ੂ ਮਸੀਹ ਇੱਕ ਅੱਛਾ ਚਰਵਾਹਾ ਹੋ ਕੇ voluntarily, willingly laid down his life for the sheep and rose up again. ਆਪਣੀ ਮਰਜ਼ੀ ਦੇ ਨਾਲ, ਆਪਣੀ ਖੁਸ਼ੀ ਦੇ ਨਾਲ ਭੇਡਾਂ ਦੇ ਲਈ ਜਾਨ ਦੇ ਕੇ ਦੁਆਰਾ ਫਿਰ ਪ੍ਰਭੂ ਜੀ ਉੱਠੇ ਹੈਗੇ ਆਪਣੀ ਭੇਡਾਂ ਦੇ ਲਈ। Verse 17, I lay it and I take it up again. ਪ੍ਰਭੂ ਕਹਿੰਦੇ ਕਿ ਮੈਂ ਆਪਣੀ ਜਾਨ ਦਿੰਦਾ ਪਰ ਆਪਣੀ ਜਾਨ ਮੈਂ ਫਿਰ ਲੈ ਵੀ ਲੈਣਾ, ਚੁੱਕ ਲੈਣਾ। No one takes my life from me. ਕੋਈ ਵੀ
ਪ੍ਰਭੂ ਯਿਸੂ ਮਸੀਹ ਦੇ ਕੋਲੋਂ ਉਹਦੀ ਜਾਨ ਨਹੀਂ ਲੈਂਦਾ। Verse 18, I laid down and I have the power to take it up again. ਪ੍ਰਭੂ ਕਹਿੰਦੇ ਮੇਰੇ ਕੋਲ ਤਾਕਤ ਹੈਗੀ ਆ ਆਪਣੀ ਜਾਨ ਦੇਣ ਦੀ, ਮੇਰੇ ਕੋਲ ਤਾਕਤ ਹੈਗੀ ਆ ਆਪਣੀ ਜਾਨ ਮੁੜ ਕੇ ਲੈਣ ਦੀ। Jesus is saying something incredible. ਇੱਥੇ ਪ੍ਰਭੂ ਬਹੁਤ ਅਜੀਬ ਗੱਲ ਕਰ ਰਹੇ ਆ। He is saying, I give my life ਪ੍ਰਭੂ ਕਹਿੰਦੇ ਕਿ ਆਪਣੀ ਜਾਨ ਮੈਂ ਆਪ ਦੇਣਾ। willingly. I didn't have to. ਨਹੀਂ ਮੈਨੂੰ ਇਹ ਨਹੀਂ ਮੈਨੂੰ ਕੋਈ ਜ਼ਬਰਦਸਤੀ ਨਹੀਂ ਸੀਗੀ, ਆਪਣੀ ਮਰਜ਼ੀ ਨਾਲ ਮੈਂ ਦੇਣਾ। No one can take it from me. ਕੋਈ ਵੀ ਪ੍ਰਭੂ ਦੀ ਜਾਨ ਉਹਦੇ ਕੋਲੋਂ ਨਹੀਂ ਲੈ ਸਕਦੇ ਹੈਗੇ। Think of the way Jesus died. ਦੇਖੋ ਸੋਚੋ ਪ੍ਰਭੂ ਯਿਸੂ ਮਸੀਹ ਕਿੱਦਾਂ ਮਰੇ। He died at the hands of his enemies. ਪਾਪੀਆਂ ਦੇ ਹੱਥੋਂ, ਦੁਸ਼ਟਾਂ ਦੇ ਹੱਥੋਂ, ਦੁਸ਼ਮਣਾਂ ਦੇ ਹੱਥੋਂ ਪ੍ਰਭੂ ਯਿਸੂ ਮਸੀਹ ਮਰੇ। Judas, his own disciple, betrayed him. ਯਹੂਦਾ ਇਸਕਰੀਓਤੀ ਉਹਦਾ ਚੇਲਾ ਸੀਗਾ ਜਿਹਨੇ ਪ੍ਰਭੂ ਨੂੰ ਫੜਵਾਇਆ। But Judas, in reality, had no power over him. Jesus could have stopped it. ਯਹੂਦਾ ਦੇ ਕੋਲ ਵੀ ਕੋਈ ਤਾਕਤ ਨਹੀਂ ਸੀ ਪ੍ਰਭੂ ਉੱਤੇ। ਪ੍ਰਭੂ ਯਿਸੂ ਮਸੀਹ ਕਿਸੇ ਵਕਤ ਵੀ ਯਹੂਦਾ ਨੂੰ ਰੋਕ ਸਕਦੇ ਸੀਗੇ। Jesus was arrested by the soldiers. ਸਿਪਾਹੀਆਂ ਨੇ ਆ ਕੇ ਪ੍ਰਭੂ ਨੂੰ ਫੜਿਆ। He was mocked. He was beaten. He was tortured. He was blindfolded. ਪ੍ਰਭੂ ਦਾ ਮਜ਼ਾਕ ਕੀਤਾ, ਉਹਨੂੰ ਮਾਰਿਆ ਗਿਆ, ਉਹਦੇ ਅੱਖਾਂ ਤੇ ਪੱਟੀ ਬੰਨੀ ਗਈ, ਥੁੱਕਿਆ ਗਿਆ ਉੱਤੇ, He was spat upon. ਥੁੱਕਿਆ ਗਿਆ ਪ੍ਰਭੂ ਉੱਤੇ। But in reality, ਪਰ ਅਸਲੀਅਤ ਦੇ ਵਿੱਚ the soldiers had no power over him. He could have stopped it. ਸਿਪਾਹੀਆਂ ਦੇ ਕੋਲ ਵੀ ਕੋਈ ਤਾਕਤ ਨਹੀਂ ਸੀਗੀ ਪ੍ਰਭੂ ਉੱਤੇ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਿਸੇ ਵਕਤ ਵੀ ਰੋਕ ਸਕਦੇ ਸੀਗੇ। Pilate condemned Jesus ਪਿਲਾਤੁਸ ਨੇ ਪ੍ਰਭੂ ਯਿਸੂ ਮਸੀਹ ਨੂੰ ਦੋਸ਼ੀ ਠਹਿਰਾਇਆ, to death. ਮੌਤ ਦਾ ਕਰਾਰ ਦਿੱਤਾ। Pilate actually said ਪਿਲਾਤੁਸ ਨੇ ਕਿਹਾ to Jesus in ਪ੍ਰਭੂ ਜੀ John ਨੂੰ? chapter 19 and verse 10. ਯੋਹਨਾ 19:10 ਦੇ ਵਿੱਚ He says, I have power to crucify you or to release you. ਉਹਨੇ ਕੀ ਕਿਹਾ? ਕਹਿੰਦਾ ਕਿ ਮੇਰੇ ਕੋਲ ਤਾਕਤ ਹੈਗੀ ਆ, ਮੈਂ ਤੈਨੂੰ ਸਲੀਬ ਤੇ ਚੜ੍ਹ ਦਵਾਂ, ਮੇਰੇ ਕੋਲ ਤਾਕਤ ਹੈਗੀ ਆ, ਮੈਂ ਤੈਨੂੰ ਛੱਡ ਦਵਾਂ। What does Jesus reply? ਪ੍ਰਭੂ ਨੇ ਕੀ ਕਿਹਾ ਉਹਨੂੰ? You could have no power over me ਪ੍ਰਭੂ ਕਹਿੰਦੇ ਤੇਰੇ ਕੋਲ ਮੇਰੇ ਉੱਤੇ ਕੋਈ ਵੀ ਤਾਕਤ ਨਹੀਂ ਹੈਗੀ unless it had been given to you from above. ਜੇ ਤੈਨੂੰ ਸਵਰਗੋਂ ਨਾ ਦਿੱਤੀ ਜਾਵੇ ਹੋਵੇ ਤਾਂ। Jesus could have stopped it. ਪ੍ਰਭੂ ਯਿਸੂ ਮਸੀਹ ਕਿਸੇ ਵਕਤ ਵੀ ਰੋਕ ਸਕਦੇ ਸੀਗੇ। Even on the cross, ਸਲੀਬ ਤੇ ਵੀ as Jesus hung there, ਜਦੋਂ ਪ੍ਰਭੂ ਯਿਸੂ suffering, ਮਸੀਹ dying, ਪ੍ਰਭੂ ਯਿਸੂ ਮਸੀਹ ਜਦੋਂ ਦੁੱਖ ਠਾੜੇ ਸੀਗੇ, ਸਲੀਬ ਤੇ ਜਦੋਂ ਲਟਕ ਰਹੇ ਸੀਗੇ, enduring agony, ਪ੍ਰਭੂ ਜਦੋਂ ਦੁੱਖ ਉਠਾ ਰਹੇ ਸੀਗੇ ਉਸ ਵੇਲੇ he could have called on legions of angels. ਫਰਿਸ਼ਤਿਆਂ ਦੀ ਲਸ਼ਕਰ ਪਲਟਨ ਬੁਲਾ ਸਕਦੇ ਸੀਗੇ ਪ੍ਰਭੂ ਯਿਸੂ ਮਸੀਹ ਉਸ ਵੇਲੇ। Of legions of angels, that's 72,000 angels. 72,000 ਫਰਿਸ਼ਤੇ ਉਸੇ ਵਕਤ ਆ ਸਕਦੇ ਸੀਗੇ ਪ੍ਰਭੂ ਯਿਸੂ ਮਸੀਹ ਦੇ ਬੁਲਾਉਣ ਤੇ। And stop the suffering at any time. ਕਿਸੇ ਵਕਤ ਵੀ ਫਰਿਸ਼ਤੇ ਆ ਕੇ ਪ੍ਰਭੂ ਯਿਸੂ ਮਸੀਹ ਦੇ ਦੁੱਖਾਂ ਨੂੰ ਖਤਮ ਕਰ ਸਕਦੇ ਸੀਗੇ, No. ਪਰ ਨਹੀਂ। Jesus voluntarily chose to suffer and to die. ਪ੍ਰਭੂ ਯਿਸੂ ਮਸੀਹ ਨੇ ਆਪ ਆਪਣੀ ਮਰਜ਼ੀ ਦੇ ਨਾਲ ਚੁਣਿਆ ਸਾਡੇ ਪਾਪਾਂ ਦੇ ਲਈ ਮਰ ਜਾਣਾ। And he allowed people to beat him and abuse him and mock him. ਇਹ ਹੋਣ ਦਿੱਤਾ ਪ੍ਰਭੂ ਯਿਸੂ ਮਸੀਹ ਨੇ ਕਿ ਲੋਕੀ ਉਹਦੀ ਬਦਸਲੂਕੀ ਕਰਨ, ਹੋਣ ਦਿੱਤਾ ਪ੍ਰਭੂ ਯਿਸੂ ਮਸੀਹ ਨੇ ਕਿ ਲੋਕੀ ਉਹਦੀ ਬੇਇੱਜ਼ਤੀ ਕਰਨ। He had authority over his life and death. ਆਪਣੀ ਜ਼ਿੰਦਗੀ ਉੱਤੇ, ਆਪਣੀ ਮੌਤ ਉੱਤੇ ਪ੍ਰਭੂ ਯਿਸੂ ਮਸੀਹ ਦਾ ਪੂਰਾ ਇਖਤਿਆਰ ਹੈ। But Jesus chose to die. ਪਰ ਪ੍ਰਭੂ ਯਿਸੂ ਮਸੀਹ ਨੇ ਚੁਣ ਲਿਆ ਕਿ ਮੈਂ ਮਰ ਜਾਣਾ ਹੈਗਾ ਭੇਡਾਂ ਦੇ ਲਈ। Why? ਕਿਉਂ? Because he loved us. ਕਿਉਂਕਿ ਪ੍ਰਭੂ ਸਾਨੂੰ ਪਿਆਰ ਕਰਦੇ ਆ, And because he cares for his sheep. ਕਿਉਂਕਿ ਪ੍ਰਭੂ ਆਪਣੀ ਭੇਡਾਂ ਦੇ ਲਈ ਇੰਨਾ ਪਿਆਰ ਕਰਦੇ ਆ, ਉਹ ਬਹੁਤ ਚਿੰਤਾ ਕਰਦੇ ਆ ਆਪਣੀ ਭੇਡਾਂ ਦੇ And he ਲਈ। did it to save his sheep. ਪ੍ਰਭੂ ਆਏ ਆ ਆਪਣੀ ਭੇਡਾਂ ਨੂੰ ਬਚਾਉਣ ਦੇ ਲਈ। Fourthly, ਚੌਥੀ ਗੱਲ, Christ the good shepherd knows his sheep. ਪ੍ਰਭੂ ਯਿਸੂ ਮਸੀਹ ਅੱਛਾ ਚਰਵਾਹਾ ਆਪਣੀ ਭੇਡਾਂ ਨੂੰ ਜਾਣਦਾ। We see this in verse 14 and 15. 14-15 ਚ ਲਿਖਿਆ ਹੈਗਾ। Verse 14, I am the good shepherd and I know my sheep and am known by my own. 14 आयत, अच्छा चरवाहा मैं हूँ, जिस तरह बाप मुझे जानता है और मैं बाप को जानता हूँ। We saw last week ਅਸੀਂ ਦੇਖਿਆ ਪਿਛਲੇ that ਹਫਤੇ you have different flocks in a sheep pen, ਕਿ ਬਾੜੇ ਵਿੱਚ ਫਰਕ ਭੇਡਾਂ ਦੇ ਝੁੰਡ ਹੈਗੇ ਆ। and the shepherd would call his flock, ਕਿ ਜਦੋਂ ਚਰਵਾਹੇ ਨੇ ਆਪਣੀ ਭੇਡਾਂ ਨੂੰ ਬੁਲਾਉਣਾ, and his flock would recognize the voice of their shepherd, ਉਹਦੀਆਂ ਭੇਡਾਂ ਉਹਦੀ ਆਵਾਜ਼ ਨੂੰ ਪਹਿਚਾਣ ਕੇ ਬਾਹਰ ਨਿਕਲ ਕੇ ਆਏ ਨਹੀਂ ਆ, and they would come. ਉਹਨਾਂ ਨੇ ਬਾਹਰ ਆ ਜਾਣਾ।
and the others would not respond. ਬਾਕੀ ਦੀ ਭੇਡਾਂ ਨਹੀਂ ਆਉਂਦੀਆਂ ਸੀਗੀਆਂ, ਸਿਰਫ ਉਸ ਚਰਵਾਹੇ ਦੀ ਭੇਡਾਂ ਆਉਂਦੀਆਂ ਸੀ ਉਹਦੀ ਆਵਾਜ਼ ਸੁਣ They ਕੇ। know the voice of the shepherd. ਉਹਨਾਂ ਨੂੰ ਪਤਾ ਸੀਗਾ ਆਪਣੇ ਚਰਵਾਹੇ ਦੀ ਆਵਾਜ਼ ਦਾ। In fact, there was an interesting case in Australia ਇੱਕ ਆਸਟ੍ਰੇਲੀਆ ਦੇ ਵਿੱਚ ਇੱਕ ਅਜੀਬ ਗੱਲ ਹੈਗੀ ਆ, where there was a shepherd accused of stealing a sheep. ਆਸਟ੍ਰੇਲੀਆ ਵਿੱਚ ਇੱਕ ਚਰਵਾਹੇ ਉੱਤੇ ਇਲਜ਼ਾਮ ਲਗਾਇਆ ਗਿਆ ਕਿ ਤੂੰ ਕਿਸੇ ਦੀ ਭੇਡ ਚੋਰੀ ਕੀਤੀ ਆ। And it went to court. ਉਹ ਕੋਰਟ ਵਿੱਚ ਗਿਆ। And in the court, they didn't know what to do. How do you prove that this sheep belongs to this shepherd or not? ਕੋਰਟ ਵਿੱਚ ਚਲੇ ਗਿਆ। ਉਹ ਕਹਿੰਦੇ ਕਿ ਅਸੀਂ ਸਾਨੂੰ ਕਿੱਦਾਂ ਪਤਾ, ਸਾਨੂੰ ਕੀ ਪਤਾ ਹੈਗਾ ਕਿ ਕਿੱਦਾਂ ਅਸੀਂ ਇਹ ਸਬੂਤ ਸਾਬਤ ਕਰੀਏ ਕਿ ਭੇਡ ਹੈ ਕਿ ਨਹੀਂ। So the judge ordered the man to go outside. ਜੱਜ ਨੇ ਕਿਹਾ ਬੰਦੇ ਨੂੰ ਕਿ ਤੂੰ ਬਾਹਰ ਜਾ। And there that sheep was there in the courtyard. ਉਹ ਭੇਡ ਬਾਹਰ ਸੀਗੀ ਕੋਰਟ ਤੋਂ ਬਾਹਰ। And he told the man to call the sheep. ਜੱਜ ਨੇ ਕਿਹਾ ਬੰਦੇ ਨੂੰ ਕਿ ਤੂੰ ਭੇਡ ਨੂੰ ਬੁਲਾ। And the sheep responded. He recognized the voice of the shepherd. ਭੇਡ ਉਹਦੀ ਆਵਾਜ਼ ਸੁਣ ਕੇ ਬੰਦੇ ਦੀ ਉਹਦੇ ਕੋਲ ਆ ਗਈ। And the judge said, "This is your sheep." ਜੱਜ ਕਹਿੰਦਾ ਇਹ ਭੇਡ ਤੇਰੀ ਆ। Sheep recognize the voice of the shepherd. ਭੇਡਾਂ ਆਪਣੀ ਚਰਵਾਹੇ ਦੀ ਆਵਾਜ਼ ਨੂੰ ਪਹਿਚਾਨਦੀਆਂ। In verse 15, 15 ਆਇਤ ਦੇ ਵਿੱਚ Jesus says, "As the Father knows me, even so I know the Father, and I lay down my life for the sheep." इसी तरह मैं अपनी भेड़ों को जानता हूँ और मेरी भेड़ें मुझे जानती हैं और मैं भेड़ों के लिए अपनी जान देता हूँ। This is not suggesting that we as his sheep know Jesus like Jesus knows the Father and the Father knows him. ਇਹ ਇਸ ਤਰ੍ਹਾਂ ਨਹੀਂ ਹੈਗਾ ਕਿ ਅਸੀਂ ਪ੍ਰਭੂ ਨੂੰ ਜਾਣੀਏ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਪਿਤਾ ਨੂੰ ਜਾਣਦਾ ਔਰ ਪਿਤਾ ਪ੍ਰਭੂ ਯਿਸੂ ਨੂੰ ਜਾਣਦਾ, ਇਸ ਤਰ੍ਹਾਂ ਨਹੀਂ ਹੈਗਾ। That's impossible. ਉਹ ਨਾਮੁਮਕਿਨ ਹੈਗਾ। But what this is saying is ਪਰ ਕੀ ਮਤਲਬ ਹੈਗਾ ਇਹਦਾ? that the relationship between the sheep and the shepherd is a two-way thing, like the father and the son. ਕਿ ਭੇਡਾਂ ਦੇ ਵਿੱਚ ਤੇ ਚਰਵਾਹੇ ਵਿੱਚ ਜਿਹੜਾ ਰਿਸ਼ਤਾ ਹੈਗਾ ਉਹ ਦੋ ਤਰਫਾ ਹੈਗਾ, ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਤੇ ਪਿਤਾ ਦੇ ਵਿੱਚ ਰਿਸ਼ਤਾ ਦੋ ਤਰਫਾ ਹੈਗਾ। They know his voice, they respond. ਉਹ ਇੱਕ ਦੂਸਰੇ ਦੀ ਆਵਾਜ਼ ਨੂੰ ਪਹਿਚਾਣਦੇ ਆ, ਇੱਕ ਦੂਸਰੇ ਦੀ ਆਵਾਜ਼ ਨੂੰ ਪਹਿਚਾਣ ਕੇ ਚੱਲਦੇ ਆ। God in eternity ਪਰਮੇਸ਼ਵਰ ਸੰਦੀਪ ਕਾਲ ਦੇ ਵਿੱਚ chose his sheep. ਉਹਨੇ ਚੁਣੇ ਆਪਣੀ ਭੇਡਾਂ ਨੂੰ ਪ੍ਰਭੂ ਨੇ। Then he sent his son into the world ਫਿਰ ਪਿਤਾ ਪਰਮੇਸ਼ਵਰ ਨੇ ਆਪਣਾ ਪੁੱਤਰ ਭੇਜਿਆ ਦੁਨੀਆ ਦੇ ਵਿੱਚ to die for them ਉਹਨਾਂ ਹੀ ਭੇਡਾਂ ਦੇ ਲਈ ਮਰਨ ਦੇ ਲਈ, and to call them. ਉਹਨਾਂ ਨੂੰ ਬੁਲਾਉਣ ਦੇ ਲਈ। In theology we call this effectual calling. ਇਹਨੂੰ ਕਿਹਾ ਗਿਆ ਹੈਗਾ ਇਫੈਕਚੁਅਲ ਕਾਲਿੰਗ, ਖਾਸ ਸੱਦਾ। How does this work? ਕਿੱਦਾਂ ਚੱਲਦਾ? All humanity is spiritually dead. ਸਾਰੀ ਇਨਸਾਨੀਅਤ ਜਿਹੜੀ ਹੈਗੀ ਆ ਰੂਹਾਨੀ ਤੌਰ ਤੇ ਮੁਰਦਾ ਹੈਗੀ ਆ। No one can respond to God. ਕੋਈ ਵੀ ਇਨਸਾਨ ਪ੍ਰਭੂ ਦੀ ਆਵਾਜ਼ ਨਹੀਂ ਸੁਣ ਸਕਦਾ। A dead person, you shout at them, they can't respond. ਇੱਕ ਮਰੇ ਬੰਦੇ ਨੂੰ ਜਿੰਨਾ ਮਰਜ਼ੀ ਚਲਾਈ ਜਾਓ ਉਹ ਕੋਈ ਜਵਾਬ ਨਹੀਂ ਦਿੰਦਾ। We can't respond to God. ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਅਸੀਂ ਕੁਝ ਨਹੀਂ ਕਰ ਸਕਦੇ, But God does something. ਪਰ ਪਰਮੇਸ਼ਰ ਕੁਝ A ਕਰਦਾ। dead person can only respond if there's life in them. ਇੱਕ ਮੁਰਦਾ ਬੰਦਾ ਤਦ ਹੀ ਕੁਝ ਕਰ ਸਕਦਾ ਜਿਹਦੇ ਅੰਦਰ ਕੋਈ ਜਾਨ ਹੋਵੇ। So God gives us spiritual life. ਸੋ ਪਰਮੇਸ਼ਰ ਪਿਤਾ ਸਾਨੂੰ ਰੂਹਾਨੀ ਜ਼ਿੰਦਗੀ ਬਖਸ਼ਦਾ। He changes our hearts. ਪਰਮੇਸ਼ਰ ਸਾਡੇ ਦਿਲ ਨੂੰ ਬਦਲਦਾ। He causes us to be born again. The Spirit of God indwells us. ਪਰਮੇਸ਼ਰ ਹੋਣ ਦਿੰਦਾ ਕਿ ਪਰਮੇਸ਼ਰ ਆਤਮਾ ਸਾਡੇ ਅੰਦਰ ਆ ਕੇ ਵਸਦੇ ਆ, ਸਾਡਾ ਨਵਾਂ ਜਨਮ ਹੁੰਦਾ। We have life now. ਫਿਰ ਹੁਣ ਸਾਨੂੰ ਜ਼ਿੰਦਗੀ ਮਿਲਦੀ ਆ। And now, ਹੁਣ when we hear the word of God preached, ਹੁਣ ਜਦੋਂ ਅਸੀਂ ਪ੍ਰਭੂ ਦੇ ਵਚਨ ਦਾ ਪ੍ਰਚਾਰ ਸੁਣਦੇ ਆ, when the call comes to us to repent, ਜਦੋਂ ਸੱਦਾ ਆਉਂਦਾ ਕਿ ਅਸੀਂ ਤੌਬਾ ਕਰੀਏ, we repent. We're effectually called. ਅਸੀਂ ਤੌਬਾ ਕਰਦੇ ਹਾਂ ਕਿਉਂਕਿ ਸਾਨੂੰ ਬੁਲਾਵਾ ਆਉਂਦਾ ਹੈਗਾ। ਅਸੀਂ ਬੁਲਾਵੇ ਨੂੰ ਸੁਣ ਕੇ ਅਸੀਂ ਕੁਝ ਕਰਦੇ ਹਾਂ। The sheep hear the voice of the shepherd. ਭੇਡਾਂ ਚਰਵਾਹੇ ਦੀ ਆਵਾਜ਼ ਨੂੰ ਸੁਣਦੀਆਂ। But once we are saved, ਪਰ ਜਦੋਂ ਅਸੀਂ ਬਚਾਏ ਜਾਂਦੇ ਹਾਂ we are to carry on hearing his voice. ਫਿਰ ਉਸ ਆਵਾਜ਼ ਨੂੰ ਸੁਣੀ ਚੱਲੋ। And I get worried ਕਈ ਦਫਾ ਅਸੀਂ ਫਿਕਰ ਕਰਦੇ ਹਾਂ with Christians ਕਈ ਵਿਸ਼ਵਾਸੀਆਂ ਦੇ ਨਾਲ who hear the word of God ਜਿਹੜੇ ਪ੍ਰਭੂ ਦਾ ਵਚਨ ਸੁਣਦੇ ਆ, being preached. ਵਚਨ ਦਾ ਪ੍ਰਚਾਰ ਸੁਣਦੇ ਆ, They read it, ਪੜ੍ਹਦੇ ਆ, but it does nothing for them. ਉਹਨਾਂ ਨੂੰ ਕੁਝ ਨਹੀਂ ਹੁੰਦਾ। They're not responding anymore. ਉਹ ਸੁਣ ਕੇ ਕੁਝ ਨਹੀਂ ਕਰਦੇ ਹੈਗੇ। If that is how you are, ਜੇ ਤੁਸੀਂ ਅੱਜ ਏਦਾਂ ਹੈਗੇ ਆ, if the word doesn't affect you anymore, ਜੇ ਪ੍ਰਭੂ ਦਾ ਵਚਨ ਅੱਜ ਤੁਹਾਡੇ ਤੇ ਕੋਈ ਅਸਰ ਨਹੀਂ ਕਰਦਾ ਹੈਗਾ, then it's either because you're not his sheep ਇਹਦੇ ਜ਼ਿਆਦਾ ਮਤਲਬ ਹੈਗਾ ਕਿ ਤੁਸੀਂ ਉਹਦੀ ਭੇਡ ਨਹੀਂ ਹੈਗੇ or there's something wrong. ਜਾਂ ਕੋਈ ਖਰਾਬੀ ਹੈਗੀ ਆ। Sheep get injured.
ਭੇਡਾਂ ਦੇ ਸੱਟ ਲੱਗ ਜਾਂਦੀ ਆ, and we need to sort it out. ਜੇ ਸੱਟ ਲੱਗੀ ਆ ਤਾਂ ਕਰੋ ਕੁਛ, But if there's no response, ਪਰ ਜੇ ਅਸੀਂ ਕੁਛ ਵੀ ਨਹੀਂ ਕਰਦੇ ਹੈਗੇ, word is not affecting us, ਜੇ ਪ੍ਰਭੂ ਦੇ ਵਚਨ ਦਾ ਅਸਰ ਸਾਡੇ ਤੇ ਕੁਛ ਹੁੰਦਾ ਹੀ ਨਹੀਂ ਹੈਗਾ, we're not growing, ਅਸੀਂ ਜੇ ਨਹੀਂ ਵੱਧ ਰਹੇ ਹੈਗੇ, it could be that we're not saved at all, we're not his sheep. ਹੋ ਸਕਦਾ ਕਿ ਅਸੀਂ ਬਚਾਏ ਨਾ ਗਏ ਹੋਈਏ, ਅਸੀਂ ਕਦੇ ਉਹਦੀ ਭੇਡ ਸੀਗੇ ਹੀ ਨਹੀਂ। Fifthly, we'll just touch on this very briefly. ਪੰਜਵੀਂ ਗੱਲ ਬਹੁਤ ਜਲਦੀ ਦੇਖਾਂਗੇ। The good shepherd has other sheep. Verse 16 tells us that. 16 ਚ ਕੀ ਲਿਖਿਆ ਕਿ ਅੱਛਾ ਚਰਵਾਹਾ ਜਿਹੜਾ ਕਹਿੰਦਾ ਕਿ ਮੇਰੀਆਂ ਹੋਰ ਵੀ ਬਹੁਤ ਸਾਰੀਆਂ ਭੇਡਾਂ Now, ਹੈਗੀਆਂ। what is he talking about here? ਇੱਥੇ ਕੀ ਮਤਲਬ ਹੈਗਾ? He's talking about the Gentiles. ਜਿਹੜੇ ਗੈਰ ਕੌਮੀ ਹੈਗੇ ਆ, So he says, I have other sheep. ਜੋ ਕਹਿੰਦਾ ਕਿ ਮੇਰੇ ਹੋਰ ਵੀ ਭੇਡਾਂ ਹੈਗੀਆਂ, ਉਹ ਗੈਰ ਕੌਮੀ ਆ। There is no separation ਕੋਈ ਫਰਕ ਨਹੀਂ ਹੈਗਾ between Jews and Gentiles. ਯਹੂਦੀਆਂ ਵਿੱਚ ਤੇ ਗੈਰ ਕੌਮਾਂ ਵਿੱਚ। We are one people. ਅਸੀਂ ਇੱਕੋ ਹੀ ਲੋਕ ਹੈਗੇ ਆ, We are part of the new Israel. ਅਸੀਂ ਨਵੀਂ ਇਜ਼ਰਾਈਲ ਹੈਗੇ ਆ। In Christ, we are his sheep. ਪ੍ਰਭੂ ਦੇ ਵਿੱਚ ਅਸੀਂ ਉਹਦੀਆਂ ਭੇਡਾਂ ਹੈਗੀਆਂ, We have been brought together. ਅਸੀਂ ਇਕੱਠੇ ਕੀਤੇ ਗਏ ਆ। The barriers are broken down between all people. ਦੀਵਾਰਾਂ ਟੁੱਟ ਗਈਆਂ ਹੈਗੀਆਂ, ਹੱਦਾਂ ਟੁੱਟ ਗਈਆਂ ਲੋਕਾਂ ਦੇ ਵਿੱਚ। And now in Christ there is no Jew or Gentile, slave or free, male or female, high caste, low caste. We're all the same. ਮਸੀਹ ਦੇ ਵਿੱਚ One in Christ. ਮਸੀਹ ਦੇ ਕੋਈ ਗੈਰ ਕੌਮੀ ਨਹੀਂ ਹੈਗਾ, ਕੋਈ ਯਹੂਦੀ ਨਹੀਂ ਹੈਗਾ, ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ, ਕੋਈ ਗੋਰਾ ਨਹੀਂ, ਕੋਈ ਕਾਲਾ ਨਹੀਂ, ਕੋਈ ਜਾਤ ਪਾਤ ਨਹੀਂ ਹੈਗੀ। ਅਸੀਂ ਸਭ ਜਿਹੜੇ ਹੈਗੇ ਆ ਪ੍ਰਭੂ ਯੀਸ਼ੂ ਮਸੀਹ ਦੇ ਖੂਨ ਦੇ ਨਾਲ ਬਚਾਏ ਗਏ ਆ। ਕੋਈ ਫਰਕ ਨਹੀਂ ਹੈਗਾ, ਕੋਈ ਭੇਦਭਾਵ ਨਹੀਂ ਹੈਗਾ। And finally, ਆਖਰ ਦੇ ਵਿੱਚ Christ as the good shepherd divides people. ਪ੍ਰਭੂ ਯੀਸ਼ੂ ਮਸੀਹ ਅੱਛਾ ਚਰਵਾਹਾ ਹੋ ਕੇ ਲੋਕਾਂ ਨੂੰ ਸਾਦਾ। When people heard what Jesus was saying, ਜਦੋਂ ਲੋਕਾਂ ਨੇ ਸੁਣਿਆ ਕਿ ਪ੍ਰਭੂ ਕੀ ਕਹਿੰਦੇ ਹੈਗੇ verse ਆ, 19 tells us there's a division amongst them, amongst the Jews. ਉਹਨੇ ਕੀ ਹੋਇਆ ਕਿ ਹੁੰਦਾ ਕਿ ਉਹਨਾਂ ਦੇ ਵਿੱਚ ਇੱਕ ਫਰਕ ਪੈ ਗਿਆ। Verse 20, many of them said, look, he has a demon in him, he's mad. Why do you listen to him? ਵੀ ਅੱਜ ਕਈਆਂ ਲੋਕਾਂ ਨੇ ਕਿਹਾ ਕਿ ਇਹਦੇ ਵਿੱਚ ਤਾਂ ਬਦਰੂ ਹੈਗੀ ਆ, ਤੁਸੀਂ ਇਹਦੀ ਕਿਉਂ ਸੁਣਦੇ ਆ? And others said in verse 21, ਕਿ ਅੱਜ ਕਈਆਂ ਨੇ these ਕਿਹਾ are not the words of a madman. Can a demon open the eyes of the blind? ਇਹ ਕਹਿੰਦੇ ਕਿ ਇਹ ਐਸੇ ਬੰਦੇ ਦੇ ਲਫ਼ਜ਼ ਨਹੀਂ ਹੈਗੇ ਕਿ ਜਿਹਦੇ ਵਿੱਚ ਭੂਤ ਹੈ ਗਿਆ। ਕੀ ਇੱਕ ਐਸਾ ਬੰਦਾ ਆਪਣੇ ਲਫ਼ਜ਼ਾਂ ਦੇ ਨਾਲ ਅੰਨੇ ਦੀ ਅੱਖਾਂ ਖੋਲ ਸਕਦਾ? So we've come full circle back to the healing of the blind man, which is this is based around. ਸੋ ਮੁੜ ਕੇ ਆ ਗਏ ਕਿੱਥੇ? ਅੰਨੇ ਦੇ ਕੋਲ, ਜਿੱਥੋਂ ਗੱਲ ਸ਼ੁਰੂ ਹੋਈ ਸੀਗੀ ਕਿ ਕੀ ਇਹ ਕਿੱਦਾਂ ਠੀਕ ਹੋਇਆ। What about you? ਤੁਹਾਡੇ ਬਾਰੇ ਕੀ ਖਿਆਲ ਆ? What's your opinion of Jesus? ਤੁਹਾਡਾ ਕੀ ਖਿਆਲ ਹੈਗਾ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ? What side are you on ਤੁਸੀਂ ਕਿੱਧਰਲੇ ਪਾਸੇ ਖੜੇ ਆ? of the divide? ਤੁਸੀਂ ਇਹ ਜਿਹੜਾ ਫਰਕ ਹੈਗਾ, ਤੁਸੀਂ ਕਿੱਧਰਲੇ ਪਾਸੇ Is ਖੜੇ ਆ? Jesus like others? ਕੀ ਪ੍ਰਭੂ ਤੁਹਾਡੇ ਲਈ ਹੋਰਾਂ ਲੋਕਾਂ ਵਰਗਾ Is ਆ, Jesus unique? ਜਾਂ ਕੀ ਪ੍ਰਭੂ ਫਰਕ ਹੈਗਾ? Do you believe this? ਤੁਸੀਂ ਵਿਸ਼ਵਾਸ ਕਰਦੇ ਆ? Or do you say, look, he's just like the Hindu gods, ਇਹ ਕਿਸ ਕਹਿੰਦੇ ਕਿ ਪ੍ਰਭੂ ਯੀਸ਼ੂ ਮਸੀਹ ਵੀ ਹਿੰਦੂ ਦੇਵੀ ਦੇਵਤਿਆਂ ਵਰਗਾ ਹੀ ਆ, just like the other gods? ਇਹ ਬਾਕੀ ਦੇ ਦੇਵੀ ਦੇਵਤਿਆਂ ਵਰਗਾ ਆ? Do you believe that he's good? ਕਿ ਤੁਸੀਂ ਵਿਸ਼ਵਾਸ ਕਰਦੇ ਕਿ ਪ੍ਰਭੂ ਚੰਗੇ ਆ, He's beautiful, he's the shepherd? ਸੁੰਦਰ ਹੈਗਾ, ਸੋਹਣਾ ਹੈਗਾ, ਚਰਵਾਹਾ ਹੈਗਾ? Do you see the attractiveness of Jesus? ਕਿ ਦੇਖਦੇ ਆ ਕਿ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਇੱਕ ਸੁੰਦਰਤਾ ਹੈਗੀ ਜਿਹੜੀ ਲੋਕਾਂ ਨੂੰ ਖਿੱਚਦੀ ਆ ਆਪਣੇ ਕੋਲ। That invites you to come to him? ਪ੍ਰਭੂ ਦੇ ਵਿੱਚ ਐਸੀ ਸੁੰਦਰਤਾ ਹੈਗੀ ਜਿਹੜੀ ਖਿੱਚਦੀ ਆ। ਪ੍ਰਭੂ ਕਹਿੰਦਾ ਕਿ ਮੇਰੇ ਕੋਲ ਆਓ, ਤੁਸੀਂ ਦੌੜੇ ਚਲੇ Do ਜਾਂਦੇ you ਆ। feel his love? Do you feel his warmth? ਤੁਸੀਂ ਉਹਦੇ ਪਿਆਰ ਨੂੰ ਮਹਿਸੂਸ ਕਰਦੇ ਆ, ਉਹਦੀ ਪਿਆਰ ਦੀ ਗਰਮਾਇਸ਼ ਨੂੰ ਮਹਿਸੂਸ ਕਰਦੇ ਆ। That he cares for people? He's not like the Pharisees? ਪ੍ਰਭੂ ਚਿੰਤਾ ਕਰਦੇ ਲੋਕਾਂ ਦੀ। ਪ੍ਰਭੂ ਫਰੀਸੀਆਂ ਵਰਗੇ ਨਹੀਂ ਹੈਗੇ। Do you believe that he died for you? ਤੁਸੀਂ ਵਿਸ਼ਵਾਸ ਕਰਦੇ ਕਿ ਪ੍ਰਭੂ ਯੀਸ਼ੂ ਮਸੀਹ ਤੁਹਾਡੇ ਲਈ ਮਰ ਗਏ? He laid down his life. No one else could take it from him. ਪ੍ਰਭੂ ਨੇ ਆਪਣੀ ਜਾਨ ਤੁਹਾਡੇ ਲਈ ਦਿੱਤੀ, ਉਹ ਜਾਨ ਹੋਰ ਕੋਈ ਨਹੀਂ ਲੈ ਸਕਦਾ ਪ੍ਰਭੂ ਦੇ ਕੋਲੋਂ। Where do you stand with the good shepherd? ਅੱਜ ਤੁਸੀਂ ਕਿੱਥੇ ਖੜੇ ਹੈਗੇ ਆ ਅੱਛੇ ਚਰਵਾਹੇ ਦੇ ਨਾਲ? Do you hear his voice? ਕੀ ਤੁਸੀਂ ਉਹਦੀ ਆਵਾਜ਼ ਸੁਣਦੇ ਆ? Do you respond? ਕੀ ਤੁਸੀਂ ਸੁਣ ਕੇ ਕੁਝ ਕਰਦੇ ਆ? Do you trust? Is it effective in your life? ਤੁਹਾਡੇ ਦਿਲ 'ਚ ਕੁਝ ਹੁੰਦਾ ਸੁਣ ਕੇ? ਕੀ ਤੁਸੀਂ ਉਹਤੇ ਭਰੋਸਾ ਕਰਦੇ ਆ? Is Christ feeding you from his word day by day? ਕੀ ਪ੍ਰਭੂ ਯੀਸ਼ੂ ਮਸੀਹ ਰੋਜ਼ਾਨਾ ਆਪਣੇ ਵਚਨ ਦੇ ਵਿੱਚੋਂ ਤੁਹਾਨੂੰ ਖਵਾਉਂਦੇ ਆ? If not, why not? ਜੇ What's ਨਹੀਂ, wrong? ਜੇ ਨਹੀਂ ਤਾਂ ਕਿਉਂ ਨਹੀਂ? ਕਿਹਦੀ ਖਰਾਬੀ ਹੈਗੀ ਤੁਹਾਡੇ ਵਿੱਚ? Do you know Psalm 23? ਕੀ ਤੁਸੀਂ ਜਾਣਦੇ ਆ 23ਵੇਂ ਜ਼ਬੂਰ ਨੂੰ? Or do you know the shepherd of Psalm 23? ਤੁਸੀਂ 23ਵੇਂ ਜ਼ਬੂਰ ਦੇ ਚਰਵਾਹੇ ਨੂੰ ਜਾਣਦੇ ਆ? Are you brought into his sheepfold? ਕੀ ਤੁਸੀਂ ਉਹਦੇ ਬਾੜੇ ਵਿੱਚ ਆ ਗਏ ਹੈਗੇ ਆ? You have a choice. ਤੁਸੀਂ ਚੁਣਨਾ ਹੈਗਾ। Either you'll reject Christ ਜਾਂ ਤਾਂ ਤੁਸੀਂ ਮਸੀਹ ਦਾ ਇਨਕਾਰ ਕਰੋਗੇ, or you'll say, this Jesus
ਜਾਂ ਤੁਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਪਿਆਰ ਕਰੋਗੇ? is truly the good shepherd. ਤੁਸੀਂ ਕਹੋਗੇ ਪ੍ਰਭੂ ਯੀਸ਼ੂ ਮਸੀਹ ਸੱਚਮੁੱਚ ਅੱਛਾ ਚਰਵਾਹਾ ਹੈ, He is the Son of God, ਪਰਮੇਸ਼ਰ ਦਾ ਪੁੱਤਰ ਹੈ, fully God, fully man. ਸੰਪੂਰਨ ਇਨਸਾਨ, ਸੰਪੂਰਨ ਪਰਮੇਸ਼ਵਰ। And you'll fall at his feet ਅਸੀਂ ਉਹਦੇ ਚਰਨਾਂ ਵਿੱਚ ਆ ਕੇ ਡਿੱਗ ਜਾਈਏ, and worship and adore him. ਉਹਦੀ ਇਬਾਦਤ ਕਰੀਏ, ਉਹਨੂੰ ਉੱਚਾ ਕਰੀਏ। Amen. ਆਮੀਨ। We will now have our last hymn, which will come up on the screen. ਹੁਣ ਅਸੀਂ ਆਪਣਾ ਅਖੀਰਲਾ ਗੀਤ ਗਾਵਾਂਗੇ ਜਿਹੜਾ ਕਿ ਪਰਦੇ ਤੇ ਆਊਗਾ। मुझको वह अमृत जल के पास कुशल से लेके चलता, और होती जहाँ हरित घास वह स्वर्गीय भोज की लाता। भटकी हुई भेड़ में फिरता था, वह प्रेम से खोजने आया, जब पाया कंधे पर रखा, आनंद से घर ले आया। छाया में मौत की गर्भ ऐसा न हो मुझे कोई भय, कि साहस देते उसके हाथ, जब पथ प्रदर्शक प्रभु है। तू मेरे लिए मेज लगा, भोजन स्वर्गीय खिलाता, कटोरे में से आशीष दे, तू मेरी प्यास बुझाता। है प्रभु मैं इस जीवन भर तेरी ही दया चाहता, सच्चे चरवाहे तुझी पर मन मेरा लगा रहता। Let's now close the meeting in prayer. ਆਓ ਅਸੀਂ ਮੀਟਿੰਗ ਨੂੰ ਪ੍ਰਾਰਥਨਾ ਵਿੱਚ ਬੰਦ ਕਰੀਏ। Father in heaven, we thank you for Jesus, our good shepherd. ਸਵਰਗੀ ਪਿਤਾ ਪਰਮੇਸ਼ਰ, ਧੰਨਵਾਦ ਕਰਦੇ ਹਾਂ ਪ੍ਰਭੂ ਯੀਸ਼ੂ ਮਸੀਹ ਦੇ ਲਈ ਜਿਹੜਾ ਸਾਡਾ ਅੱਛਾ ਚਰਵਾਹਾ ਹੈਗਾ। We can truly say that the Lord is our shepherd if we trust in him. ਸੱਚੀ ਕਹਿ ਸਕਦੇ ਕਿ ਪ੍ਰਭੂ ਯੀਸ਼ੂ ਮਸੀਹ ਮੇਰਾ ਚਰਵਾਹਾ ਹੈਗਾ, ਅਸੀਂ ਜੋ ਵਿਸ਼ਵਾਸ ਕਰਦੇ ਹਾਂ। That he feeds us, he takes us into the paths of righteousness. ਉਹ ਸਾਨੂੰ ਚਰਾਉਂਦੇ ਆ, ਉਹ ਸਾਨੂੰ ਅੱਛੇ ਰਸਤੇ ਵਿੱਚ ਲੈ ਕੇ ਜਾਂਦੇ ਆ, He takes us into green pastures, he restores our soul. ਸਾਨੂੰ ਹਰੀ ਹਰੀ ਚਰਾਗਾਹਾਂ 'ਚ ਲੈ ਕੇ ਜਾਂਦੇ ਹੈਗੇ ਆ, ਉਹ ਮੇਰੀ ਜਾਨ ਨੂੰ ਬਹਾਲ ਕਰਦੇ ਆ। He takes us into dark valleys, but a shepherd is with us. ਉਹ ਸਾਨੂੰ ਹਨੇਰੀ ਵਾਦੀ 'ਚ ਲੈ ਕੇ ਜਾਂਦੇ ਆ, ਪਰ ਉਹ ਸਾਡੇ ਨਾਲ ਹੁੰਦੇ ਆ। And surely goodness and mercy shall follow us all the days of our life. ਯਕੀਨਨ ਰਹਿਮਤ ਤੇ ਭਲਾਈ ਸਾਰੀ ਜ਼ਿੰਦਗੀ ਪਰ ਸਾਡੇ ਮਗਰ ਚੱਲਦੀ Because ਆ, the good shepherd is with his sheep. ਕਿਉਂਕਿ ਅੱਛਾ ਚਰਵਾਹਾ ਆਪਣੀ ਭੇਡਾਂ ਦੇ ਨਾਲ ਹੈਗਾ। God be with us, we pray. ਪ੍ਰਭੂ ਸਾਡੇ ਨਾਲ ਹੋਵੋ, ਸਾਡੀ ਪ੍ਰਾਰਥਨਾ। Help us to know his care and love, ਸਾਡੀ ਮਦਦ ਕਰੋ ਕਿ ਅਸੀਂ ਉਹਦੇ ਪਿਆਰ ਨੂੰ, ਉਹਦੀ ਹਿਫਾਜ਼ਤ ਨੂੰ, ਉਹਦੀ ਸੁਰੱਖਿਆ ਨੂੰ ਜਾਣ ਸਕੀਏ। and to know that assurance in our heart ਉਹ ਇਹ ਪੱਕੀ ਗੱਲ ਅਸੀਂ ਯਕੀਨ ਦੇ ਨਾਲ ਦਿਲ ਵਿੱਚ ਜਾਣੀਏ, of eternal life, because the shepherd willingly laid down his life for the sheep. ਸਦੀਵਕ ਜੀਵਨ ਦੇ ਬਾਰੇ, ਕਿਉਂਕਿ ਅੱਛੇ ਚਰਵਾਹੇ ਨੇ ਆਪਣੀ ਜਾਨ ਆਪਣੀ ਖੁਸ਼ੀ ਦੇ ਨਾਲ ਦੇ ਦਿੱਤੀ ਸਾਡੇ ਲਈ। Amen. ਆਮੀਨ। Thank you for listening to this message. For further information, visit www.emmanuelhansworth.org.uk.